धन्यवाद। श्री राग महला पहला घर चौथा। कीता कहा करे मन मान, देवन हारे कै हथ दान। कीता दा मतलब प्रभु दा पैदा कीता होया। मन दा मतलब मन विच। कहा दा मतलब की कर सकता है। मान दा मतलब हंकार। ਤਾਂ ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਦੇ ਅੰਦਰ ਕੀ ਅਹੰਕਾਰ ਕਰ ਸਕਦਾ ਹੈ, ਕੀ ਮਾਨ ਕਰ ਸਕਦਾ ਹੈ। ਦੇਵਨ ਹਾਰੇ ਕੈ ਹੱਥ ਦਾਨ, ਦੇਵਨ ਹਾਰੇ ਕੇ, ਦੇਵਨ ਹਾਰੇ ਕੈ ਹੱਥ ਦਾਨ। ਹੱਥ ਦਾ ਮਤਲਬ ਹੱਥ ਵਿੱਚ ਦੁਨੀਆ ਦੇ ਜੋ ਪਦਾਰਥ ਨੇ, ਦਾਤਾਰ ਪ੍ਰਭੂ ਦੇ ਆਪਣੇ ਹੱਥ ਵਿੱਚ ਦਾਤ ਦੇਣ ਦੀ ਤਾਕਤ ਹੈ। ਕੀਤਾ ਹੋਇਆ ਜੋ ਪੈਦਾ ਕੀਤਾ ਹੋਇਆ ਜੀਵ ਹੈ ਆਪਣੇ ਈਗੋ ਦੇ ਨਾਲ, ਹੰਕਾਰ ਦੇ ਨਾਲ ਕੁਝ ਨਹੀਂ ਕਰ ਸਕਦਾ। ਦਾਤਾਂ ਦੇਣ ਵਾਲੇ ਦੇ ਹੱਥ ਵਿੱਚ ਸਾਰੀ ਤਾਕਤ ਹੈ। ਹੁਣ ਇਹ ਹੱਥ ਵਿੱਚ ਵਾਲੀ ਤਾਕਤ ਜਿਹੜੀ ਹੈ ਇਹ ਚੀਜ਼ ਸਮਝਣ ਵਾਲੀ ਹੈ। ਹੱਥ ਦਾ ਮਤਲਬ ਰੱਬੀ ਹੁਕਮ ਦੇ ਅੰਦਰ, ਯਾਨੀ ਜੋ ਕੁਝ ਵੀ ਇਸ ਸੰਸਾਰ ਦੇ ਅੰਦਰ ਹੋ ਸਕਦਾ ਹੈ ਜਾਂ ਅਸੀਂ ਇਸ ਦੁਨੀਆ ਤੋਂ ਲੈ ਸਕਦੇ ਹਾਂ, ਉਹ ਰੱਬੀ ਰਜ਼ਾ ਭਾਣੇ ਔਰ ਹੁਕਮ ਵਿੱਚ ਲੈ ਸਕਦੇ ਹਾਂ। ਹੁਕਮ ਤੋਂ ਬਾਹਰ ਨਹੀਂ, ਸਿਸਟਮ ਤੋਂ ਬਾਹਰ ਨਹੀਂ। ਮਿਸਾਲ ਵਜੋਂ ਇੱਕ ਨਿੱਕੀ ਜਿਹੀ ਮਿਸਾਲ ਨਾਲ ਅਸੀਂ ਸਮਝਣ ਦਾ ਯਤਨ ਕਰੀਏ। ਜੇ ਅਸੀਂ ਕਣਕ ਪੈਦਾ ਕਰਨੀ ਹੈ ਤਾਂ ਫਿਰ ਸਾਨੂੰ ਖੇਤ ਦੇ ਅੰਦਰ ਕਣਕ ਪੈਦਾ ਕਰਨੀ ਪਵੇਗੀ। ਤੇ ਜੇ ਕੋਈ ਚਾਹੇ ਕਿ ਮੈਂ ਘਰ ਫਰਸ਼ ਦੇ ਉੱਤੇ ਕਣਕ ਦਾ ਛੱਟਾ ਦੇ ਕੇ ਕਣਕ ਪੈਦਾ ਕਰ ਲਵਾਂ ਤਾਂ ਐਵੇਂ ਨਹੀਂ ਹੋ ਸਕੇਗਾ, ਕਿਉਂਕਿ ਉਹ ਸਿਸਟਮ ਵਿੱਚ ਨਹੀਂ ਹੈ। ਯਾਨੀ ਹੁਕਮ ਤੋਂ ਬਾਹਰ ਕੁਝ ਨਹੀਂ ਮਿਲਦਾ। ਕੋਈ ਵੀ ਬੰਦਾ ਮਾਨ ਨਹੀਂ ਕਰ ਸਕਦਾ ਕਿ ਮੈਂ ਰੱਬੀ ਰਜ਼ਾ ਭਾਣੇ ਤੋਂ ਬਾਹਰ ਵੀ ਕੁਝ ਲੈ ਸਕਦਾ ਜਾਂ ਕਰ ਸਕਦਾ। ਹੁਕਮ ਦੇ ਅੰਦਰ ਬਹੁਤ ਕੁਝ ਹੋ ਸਕਦਾ ਹੈ। ਭਾਵੇਂ ਦੇ ਨਾ ਦੇਈ ਸੋਏ। ਭਾਵੇਂ ਦਾ ਮਤਲਬ ਜੇ ਚੰਗਾ ਲੱਗੇ, ਜੇ ਉਹਦੀ ਮਰਜ਼ੀ ਹੋਵੇ। ਜੇ ਉਹਦੀ ਮਰਜ਼ੀ ਹੋਵੇ ਤਾਂ ਉਹ ਦਿੰਦਾ ਹੈ, ਜੇ ਮਰਜ਼ੀ ਨਾ ਹੋਵੇ ਤਾਂ ਨਹੀਂ ਦਿੰਦਾ। ਮਰਜ਼ੀ ਦਾ ਮਤਲਬ ਇੱਥੇ ਹੁਕਮ ਹੈ। ਹੁਕਮ ਦੇ ਅੰਦਰ ਦਿੰਦਾ ਹੈ, ਹੁਕਮ ਤੋਂ ਬਾਹਰ ਨਹੀਂ। ਇਹ ਚੀਜ਼ ਜਿਹੜੀ ਹੈ ਇਹ ਵੀ ਸਮਝਣ ਵਾਲੀ ਹੈ। ਭਾਵੇਂ ਦੇ ਨਾ ਦੇਈ ਸੋਏ, ਯਾਨੀ ਜੇ ਪਾਉਂਦਾ ਹੈ ਤਾਂ ਦਿੰਦਾ ਹੈ, ਨਹੀਂ ਪਾਉਂਦਾ ਤਾਂ ਨਹੀਂ ਦਿੰਦਾ। ਇਹਦਾ ਮਤਲਬ ਕਿ ਹੁਕਮ ਦੇ ਅੰਦਰ ਕੋਈ ਚੀਜ਼ ਮਿਲਦੀ ਹੈ, ਹੁਕਮ ਤੋਂ ਬਾਹਰ ਨਹੀਂ, ਸਿਸਟਮ ਤੋਂ ਬਾਹਰ ਨਹੀਂ, ਰਜ਼ਾ ਭਾਣੇ ਤੋਂ ਬਾਹਰ ਨਹੀਂ। ਤਾਂ ਜੋ ਕੁਝ ਵੀ ਅਸੀਂ ਲੈ ਸਕਦੇ ਹਾਂ, ਜੋ ਕੁਝ ਵੀ ਅਸੀਂ ਪ੍ਰਾਪਤੀਆਂ ਕਰ ਸਕਦੇ ਹਾਂ, ਉਹ ਸਾਰਾ ਕੁਝ ਸਿਸਟਮ ਦੇ ਅੰਦਰ ਹੈ, ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਨਹੀਂ। ਕੀਤੇ ਕਹਿ ਕਹਿ ਕਿਆ ਹੋਏ, ਇਹਨੂੰ ਕਹੀਏ ਨਹੀਂ ਪੜਨਾ, ਕਹਿ। ਕਹੀਏ ਦਾ ਮਤਲਬ ਹੋ ਜਾਏਗਾ ਆਓ ਮਿਲ ਕੇ ਆਖੀਏ, ਤੇ ਕਹਿ ਦਾ ਮਤਲਬ ਕਹਿਣ ਦੇ ਨਾਲ। ਕੀਤੇ ਦਾ ਮਤਲਬ ਜੋ ਪੈਦਾ ਕੀਤਾ ਹੋਇਆ ਹੈ। ਜੋ ਪੈਦਾ ਕੀਤਾ ਹੋਇਆ ਜੀਵ ਹੈ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਕਹਿਣ ਦੇ ਨਾਲ ਕੁਝ ਨਹੀਂ ਹੁੰਦਾ। ਜੇ ਹੁਣ ਅਸੀਂ ਹੁਕਮ ਤੋਂ ਬਾਹਰ ਦੀਆਂ ਗੱਲਾਂ ਕਰੀ ਜਾਈਏ ਕਿ ਹੁਕਮ ਰਜ਼ਾ ਤੋਂ ਬਾਹਰ ਵੀ ਕੁਝ ਪਾ ਸਕਦੇ ਹਾਂ, ਤਾਂ ਐਵੇਂ ਕੁਝ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ, ਔਰ ਨਾ ਹੀ ਕਦੇ ਹੋਇਆ ਹੈ। ਜੇ ਇਹ ਚੀਜ਼ਾਂ ਪਾਵਨ ਬਾਣੀ ਦੀਆਂ ਸਾਨੂੰ ਸਮਝ ਆ ਜਾਣ ਔਰ ਹਰ ਇਨਸਾਨ ਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਤੇ ਅਮਲ ਕਰੇ, ਤਾਂ ਜੋ ਧਾਰਮਿਕ ਦੁਨੀਆ ਅੰਦਰ ਅੰਧ ਵਿਸ਼ਵਾਸ ਫੈਲਾ ਕੇ ਆਮ ਲੋਕਾਂ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ ਔਰ ਆਮ ਲੋਕਾਂ ਨੂੰ ਬੌਧਿਕ ਔਰ ਮਾਨਸਿਕ ਤੌਰ ਤੇ ਗੁਲਾਮ ਬਣਾ ਲਿਆ ਜਾਂਦਾ ਹੈ, ਤਾਂ ਲੋਕ ਉਸ ਗੁਲਾਮੀ ਤੋਂ ਔਰ ਲੁੱਟ ਤੋਂ ਬਚ ਸਕਦੇ ਨੇ। ਜਿਵੇਂ ਆਮ ਪਿੰਡਾਂ ਸ਼ਹਿਰਾਂ ਵਿੱਚ ਦੇਖੀਦਾ ਹੈ ਕਿ ਫਲਾਂ ਬਾਬੇ ਤੋਂ ਸੇਬ ਲਿਆਂਦੇ ਸਨ ਤੇ ਸਾਡੇ ਘਰ ਪੋਤਰਾ ਜਾਂ ਮੁੰਡਾ ਹੋਇਆ। ਸੇਬਾਂ ਦੇ ਨਾਲ ਕਦੇ ਮੁੰਡੇ ਪੋਤਰੇ ਨਹੀਂ ਹੁੰਦੇ, ਜੋ ਮਰਜ਼ੀ ਕੋਈ ਕਹੀ ਜਾਏ, ਕਿਸੇ ਦੇ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ। ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਹੀ ਸਭ ਕੁਝ ਹੁੰਦਾ ਹੈ। ਇਸ ਲਈ ਸਾਨੂੰ ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਚੱਲਣਾ ਚਾਹੀਦਾ ਹੈ, ਤਾਂ ਹੀ ਅਸੀਂ ਜੀਵਨ ਸਫਲ ਕਰ ਸਕਦੇ ਹਾਂ। ਆਪੇ ਸੱਚ ਭਾਵੈ ਤਿਸ ਸੱਚ। ਪ੍ਰਭੂ ਆਪ ਸੱਚ ਰੂਪ ਹੈ ਤੇ ਉਹਨੂੰ ਸੱਚ ਹੀ ਚੰਗਾ ਲੱਗਦਾ ਹੈ। ਪ੍ਰਭੂ ਆਪ ਸਤ ਸਰੂਪ ਹੈ, ਇੱਕ ਅਟਲ ਸੱਚਾਈ ਹੈ, ਸदैवी ਹੈ, ਸਦਾ ਥਿਰ ਰਹਿਣ ਵਾਲਾ ਹੈ, ਤੇ ਉਹਨੂੰ ਸੱਚ ਹੀ ਚੰਗਾ ਲੱਗਦਾ ਹੈ, ਝੂਠ ਨਹੀਂ, ਫਰੇਬ ਨਹੀਂ। ਅੰਧਾ ਕੱਚਾ
ਕੱਚ ਨਿਕੱਚ। ਅੰਧਾ ਦਾ ਮਤਲਬ ਗਿਆਨਹੀਣ, ਕੱਚਾ ਦਾ ਮਤਲਬ ਹੋਛਾ, ਨਿਕੱਚ ਦਾ ਮਤਲਬ ਬਿਲਕੁਲ ਹੋਛਾ। ਪਰ ਗਿਆਨਹੀਣ ਜੀਵ ਹੋਛਾ ਹੈ ਔਰ ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ, ਤੇ ਇਹ ਹੋਛਾਪਨ ਜਿਹੜਾ ਹੈ ਪ੍ਰਭੂ ਨੂੰ ਪਸੰਦ ਨਹੀਂ ਹੈ। ਰੱਬੀ ਰਜ਼ਾ ਦੇ ਅੰਦਰ ਹੋਛੇਪਨ ਦੇ ਨਾਲ ਕਾਮਯਾਬ ਨਹੀਂ ਹੋਇਆ ਜਾ ਸਕਦਾ। ਜੋ ਆਤਮਿਕ ਜੀਵਨ ਦੀ ਸੂਝ ਵੱਲੋਂ ਅਗਿਆਨੀ ਹੈ, ਉਹ ਬੰਦਾ ਹਮੇਸ਼ਾ ਹੋਛਾ ਹੀ ਰਹਿੰਦਾ ਹੈ ਔਰ ਹੋਛੇ ਕਰਮ ਕਰੀ ਜਾਂਦਾ ਹੈ। ਕਿਵੇਂ ਹੋਛਾ ਰਹਿੰਦਾ ਹੈ? ਜਿਵੇਂ ਰੱਬੀ ਰਜ਼ਾ ਵਿੱਚ ਚੱਲ ਕੇ ਜੀਵਨ ਸਫਲ ਕਰਨ ਦੀ ਬਜਾਏ ਜੇ ਕੋਈ ਕਹੇ ਕਿ ਤੀਰਥਾਂ ਤੇ ਨਹਾਉਣ ਦੇ ਨਾਲ ਮੇਰੇ ਪਾਪ ਕੱਟੇ ਜਾਣਗੇ, ਤੇ ਹੋਛਾਪਨ ਹੀ ਹੈ। ਜੇ ਕੋਈ ਕਹੇ ਕਿ ਵਿਖਾਵੇ ਦੀ ਪਾਠ ਪੂਜਾ ਨਾਲ ਮੈਂ ਕੁਛ ਪ੍ਰਾਪਤੀ ਕਰ ਲਾਂਗਾ, ਤਾਂ ਹੋਛਾਪਨ ਹੀ ਹੈ। ਜੇ ਕੋਈ ਕਹੇ ਬਿਨਾਂ ਕਿਰਤਕਾਰ ਕਰਨ ਤੋਂ ਮੈਂ ਜ਼ਿੰਦਗੀ ਦਾ ਚੰਗਾ ਨਿਰਵਾਹ ਕਰਾਂ, ਤਾਂ ਇਹ ਹੋਛਾਪਨ ਹੀ ਹੋਏਗਾ ਨਾ। ਯਾਨੀ ਰੱਬੀ ਰਜ਼ਾ ਔਰ ਭਾਣੇ ਤੋਂ ਬਿਨਾ ਬੰਦਾ ਨਿਰੋਲ ਹੋਛਾ ਰਹਿੰਦਾ ਹੈ ਔਰ ਹੋਛੇ ਕਰਮ ਕਰੀ ਜਾਂਦਾ ਹੈ। ਰਹਾਓ, ਜਾ ਕੇ ਰੁੱਖ ਬਿਰਖ ਆਰਾਓ। ਆਰਾਓ ਦਾ ਮਤਲਬ ਹੈ ਆਰਾਸਤਗੀ, ਯਾਨੀ ਸਜਾਵਟ। ਆਰਾਓ ਦਾ ਮਤਲਬ ਸਜਾਵਟ, ਜਾਕੇ ਦਾ ਮਤਲਬ ਜਿਹਦੇ ਪੈਦਾ ਕੀਤੇ ਹੋਏ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਪ੍ਰਭੂ ਨੇ ਰੁੱਖ ਦਰਖਤ ਆਦਿਕ ਵਨਸਪਤੀ ਪੈਦਾ ਕੀਤੀ ਹੈ, ਤੇ ਉਹਨੇ ਹੀ ਇਹਨਾਂ ਨੂੰ ਸਜਾਵਟ ਦਿੱਤੀ ਹੈ। ਉਹੀ ਇਹਨਾਂ ਨੂੰ ਸਜਾਉਂਦਾ ਹੈ, ਸੰਵਾਰਦਾ ਹੈ। ਯਾਨੀ ਜਿਸਨੇ ਵੀ ਆ ਵਨਸਪਤੀ ਆਦਿਕ ਪੈਦਾ ਕੀਤੀ ਹੈ, ਉਸੇ ਨੇ ਹੀ ਇਸ ਸੰਸਾਰ ਨੂੰ ਸੰਵਾਰਿਆ, ਸਜਾਇਆ, ਪਾਲਿਆ ਔਰ ਸੰਚਾਲਨ ਕੀਤਾ ਹੈ। ਉਹਦੇ ਹੁਕਮ ਦੇ ਅੰਦਰ ਹੀ ਸਾਰਾ ਕੁਝ ਹੋ ਰਿਹਾ ਹੈ। ਜੇ ਹੀ ਧਾਤ ਤੇਹਾ ਤਿਨ ਨਾਉ। ਧਾਤ ਦਾ ਮਤਲਬ ਅਸਲਾ। ਜਿਹੋ ਜਿਹਾ ਕਿਸੇ ਦਾ ਅਸਲਾ ਹੁੰਦਾ ਹੈ, ਉਹੋ ਜਿਹਾ ਹੀ ਉਹਦਾ ਨਾਮ ਪੈ ਜਾਂਦਾ ਹੈ। ਇੱਥੇ ਅਸਲਾ ਨੂੰ ਅਸੀਂ ਸੁਭਾਅ ਕਹਿ ਸਕਦੇ ਹਾਂ, ਸੋਚ ਕਹਿ ਸਕਦੇ ਹਾਂ। ਜੈਸੀ ਕਿਸੇ ਦੀ ਸੋਚ ਹੋਵੇਗੀ, ਵੈਸਾ ਹੀ ਉਸ ਦਾ ਨਾਮ ਪੈ ਜਾਏਗਾ। ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਧਰਮ ਕਮਾਉਣ ਵਾਲੇ ਨੂੰ ਧਰਮੀ ਔਰ ਪਾਪ ਕਮਾਉਣ ਵਾਲੇ ਨੂੰ ਪਾਪੀ ਕਿਹਾ ਜਾਂਦਾ ਹੈ। ਜੈਸੀ ਕਿਸੇ ਦੀ ਸੋਚ ਹੋਵੇਗੀ, ਵੈਸਾ ਹੀ ਉਸ ਦਾ ਨਾਮ ਪੈ ਜਾਏਗਾ। ਫੁੱਲ ਭਾਓ ਫਲ ਲਿਖਿਆ ਪਾਏ। ਇਸੇ ਤਰ੍ਹਾਂ ਜਿਵੇਂ ਰੁੱਖ ਦਰਖਤ ਨੇ, ਤਾਂ ਕੁੜੱਤਨ ਹੈ ਤਾਂ ਉਸ ਦਾ ਨਾਮ ਨਿੰਮ ਹੈ। ਜਿਵੇਂ ਦੀ ਕਿਸੇ ਦੀ ਬਿਰਤੀ ਹੈ ਰੁੱਖਾਂ ਦਰਖਤਾਂ ਦੀ, ਉਹ ਜਿਹਾ ਉਹਨਾਂ ਦਾ ਨਾਮ ਹੈ। ਜੈਸੀ ਬੰਦੇ ਦੀ ਸੋਚ ਹੈ, ਵੈਸਾ ਬੰਦੇ ਦਾ ਨਾਮ ਬਣ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਭਾਵਨਾ ਦਾ ਫੁੱਲ, ਜੈਸੀ ਭਾਵਨਾ ਦਾ ਫੁੱਲ ਕਿਸੇ ਮਨੁੱਖ ਦੇ ਅੰਦਰ ਹੈ, ਫੁੱਲ ਭਾਓ, ਭਾਵ ਦਾ ਮਤਲਬ ਭਾਵਨਾ, ਰੁਚੀ। ਜੈਸੀ ਸੋਚ ਦਾ ਫੁੱਲ ਅੰਦਰ ਹੈ, ਫਲ ਲਿਖਿਆ ਪਾਏ, ਉਸ ਅਨੁਸਾਰ ਜੀਵਨ ਦਾ ਫਲ ਲੱਗਦਾ ਹੈ, ਉਹਦਾ ਜੀਵਨ ਬਣ ਜਾਂਦਾ ਹੈ। ਇਹ ਚੀਜ਼ ਨੂੰ ਥੋੜਾ ਜਿਹਾ ਸਮਝ ਲੈਣਾ। ਫੁੱਲ ਭਾਓ, ਭਾਵ ਦਾ ਮਤਲਬ ਭਾਵਨਾ। ਜੈਸੀ ਭਾਵਨਾ ਦਾ ਫੁੱਲ ਅੰਦਰ ਹੈ, ਜੈਸੀ ਕਿਸੇ ਦੀ ਸੋਚ ਹੈ, ਫਲ ਲਿਖਿਆ ਪਾਏ, ਉਸ ਸੋਚ ਮੁਤਾਬਕ ਹੀ ਬੰਦੇ ਨੂੰ ਫਲ ਲੱਗਦਾ ਹੈ। ਯਾਨੀ ਉਹਦਾ ਜੀਵਨ ਵੀ ਵੈਸਾ ਹੀ ਬਣ ਜਾਂਦਾ ਹੈ। ਜੇ ਕਿਸੇ ਦੇ ਅੰਦਰ ਸੱਚ ਵਾਲੀ, ਪਿਆਰ ਵਾਲੀ ਭਾਵਨਾ ਹੈ, ਤਾਂ ਉਹਦਾ ਜੀਵਨ ਪਿਆਰ ਵਾਲਾ, ਸਚਿਆਰ ਵਾਲਾ ਬਣ ਜਾਂਦਾ ਹੈ। ਜੇ ਕਿਸੇ ਦੀਆਂ ਭਾਵਨਾਵਾਂ, ਰੁਚੀਆਂ ਅੰਦਰ ਝੂਠੀਆਂ ਨੇ, ਤਾਂ ਉਹ ਇਨਸਾਨ ਕੂੜਿਆਰ ਹੋ ਜਾਏਗਾ। ਤਾਂ ਜੈਸੀ ਕਿਸੇ ਦੀ ਅੰਦਰ ਭਾਵਨਾ ਦਾ ਫੁੱਲ ਹੈ, ਵੈਸਾ ਹੀ ਉਸ ਮਨੁੱਖ ਦਾ ਜੀਵਨ ਬਣ ਜਾਂਦਾ ਹੈ। ਆਪ ਬੀਜ ਆਪੇ ਹੀ ਖਾਏ। ਹਰ ਇੱਕ ਜੀਵ, ਹਰ ਇੱਕ ਇਸਤਰੀ ਪੁਰਸ਼ ਆਪ ਹੀ ਕਰਮਾਂ ਦਾ ਬੀਜ ਬੀਜਦਾ ਹੈ ਔਰ ਆਪ ਹੀ ਉਹਨਾਂ ਕਰਮਾਂ ਦਾ ਫਲ ਖਾਂਦਾ ਹੈ। ਜੋ ਕੁਛ ਅਸੀਂ ਸੋਚਦੇ ਹਾਂ, ਵੈਸਾ ਸਾਡਾ ਸੁਭਾਅ ਬਣ ਜਾਂਦਾ ਹੈ। ਜੈਸੀਆਂ ਸਾਡੀਆਂ ਬਿਰਤੀਆਂ ਹੁੰਦੀਆਂ ਨੇ, ਸੁਭਾਅ ਹੁੰਦਾ ਹੈ, ਵੈਸੇ ਹੀ ਅਸੀਂ ਕਰਮ ਕਰਦੇ ਹਾਂ। ਸਾਡਾ ਬਿਹੇਵੀਅਰ, ਸਾਡੀ ਬੋਲ ਬਾਣੀ, ਤੇ ਜੈਸੀ ਸਾਡੀ ਬੋਲ ਬਾਣੀ ਔਰ ਬਿਹੇਵੀਅਰ ਹੋਏਗਾ, ਵੈਸਾ ਹੀ ਉਹਦਾ ਸਾਨੂੰ ਫਲ ਮਿਲੇਗਾ। ਤਾਂ ਇਹਦਾ ਮਤਲਬ ਹਰ ਇਨਸਾਨ ਆਪਣੇ ਕੀਤੇ ਕਰਮ ਦਾ ਹੀ ਫਲ ਸੁੱਖ ਜਾਂ ਦੁੱਖ ਦੇ ਰੂਪ ਵਿੱਚ ਪਾਉਂਦਾ ਹੈ, ਭੋਗਦਾ ਹੈ। ਕੱਚੀ ਕੰਧ ਕੱਚਾ ਵਿੱਚ ਰਾਜ।
ਕੰਧ ਦਾ ਮਤਲਬ ਜੀਵਨ ਦੀ ਉਸਾਰੀ, ਤੇ ਰਾਜ ਦਾ ਮਤਲਬ ਹੈ ਜੀਵਨ ਉਸਾਰੀ ਕਰਨ ਵਾਲਾ। ਜਿਵੇਂ ਰਾਜ ਮਿਸਤਰੀ ਕਹਿੰਦੇ ਨੇ ਨਾ, ਮਿਸਤਰੀਆਂ ਨੂੰ ਰਾਜ ਕਹਿ ਦਿੰਦੇ ਨੇ, ਰਾਜ ਮਿਸਤਰੀ। ਤਾਂ ਜਿਸ ਮਨੁੱਖ ਦੇ ਅੰਦਰ ਅਣਜਾਣ ਮਨ ਉਸਾਰੀ ਕਰਨ ਵਾਲਾ ਹੈ, ਕੱਚਾ ਵਿੱਚ ਰਾਜ, ਜਿਹਦੇ ਅੰਦਰ ਕੱਚਾ ਮਨ, ਕੂੜਿਆਰ ਮਨ, ਅਣਜਾਣ ਮਨ ਜੀਵਨ ਦੀ ਉਸਾਰੀ ਕਰਨ ਵਾਲਾ ਹੈ, ਕੱਚੀ ਕੰਧ, ਤਾਂ ਉਸ ਮਨੁੱਖ ਦੇ ਜੀਵਨ ਦੀ ਕੰਧ ਵੀ ਕੱਚੀ ਹੋਏਗੀ, ਉਸ ਮਨੁੱਖ ਦੇ ਜੀਵਨ ਦੀ ਉਸਾਰੀ ਵੀ ਕੱਚੀ ਹੋਏਗੀ। ਜਿਹਦਾ ਅਣਜਾਣ ਮਨ, ਜੋ ਅਣਜਾਣ ਮਨ ਨੂੰ ਬੇਸ ਬਣਾ ਕੇ ਜੀਵਨ ਬਣਾ ਰਿਹਾ ਹੈ, ਉਹਦੇ ਜੀਵਨ ਦੀ ਉਸਾਰੀ ਕੱਚੀ ਹੋਏਗੀ। ਮਤ ਅਲੂਣੀ ਫਿੱਕਾ ਸਾਧ। ਅਲੂਣੀ ਦਾ ਮਤਲਬ ਜਿਸ ਵਿੱਚ ਨਮਕ ਆਦਿਕ ਨਾ ਹੋਵੇ, ਗੁਣਹੀਨ। ਇੱਥੇ ਅਲੂਣੀ ਦਾ ਮਤਲਬ ਹੈ ਗੁਣਹੀਨ। ਉਹਦੀ ਅਕਲ ਵੀ ਫਿੱਕੀ ਹੈ ਔਰ ਸਾਰਾ ਸਵਾਦ, ਸਾਰਾ ਜੀਵਨ ਵੀ ਉਹਦਾ ਬੇਰਸਾ ਹੁੰਦਾ ਹੈ। ਜਿਸ ਮਨੁੱਖ ਦੇ ਅੰਦਰ ਅਣਜਾਣ ਮਨ ਜੀਵਨ ਦੀ ਉਸਾਰੀ ਕਰ ਰਿਹਾ ਹੈ, ਉਸ ਮਨੁੱਖ ਦੀ ਜੀਵਨ ਦੀ ਉਸਾਰੀ ਵੀ ਕੱਚੀ ਹੋਵੇਗੀ। ਐਸੇ ਮਨੁੱਖ ਦੀ ਮੱਤ ਵੀ ਜਿਹੜੀ ਹੈ ਗੁਣਹੀਣੀ ਹੈ, ਔਰ ਗੁਣਹੀਣੀ ਕੱਚੀ ਮੱਤ ਵਾਲਾ ਇਨਸਾਨ ਜੋ ਹੈ, ਉਹਦਾ ਜੀਵਨ ਵੀ ਸਾਰਾ ਫਿੱਕਾ ਹੋਏਗਾ, ਬੇਰਸਾ ਹੋਵੇਗਾ। ਨਾਨਕ ਆਣੇ ਆਵੇ ਰਾਸ। ਗੁਰੂ ਜੀ ਕਹਿੰਦੇ ਨੇ, ਹੁਣ ਜੇ ਇਸ ਜੀਵਨ ਨੂੰ ਬੰਦਾ ਸੁਧਾਰਨਾ ਚਾਹੁੰਦਾ ਹੈ ਤਾਂ ਇਹਦਾ ਜੀਵਨ ਸੁਧਰ ਸਕਦਾ ਹੈ, ਇਹਦੀ ਮਾਨਸਿਕਤਾ ਚੰਗੀ ਹੋ ਸਕਦੀ ਹੈ, ਤੇ ਆਪਣੀ ਮੱਤ ਤੋਂ ਚੰਗਾ ਕੰਮ ਲੈ ਸਕਦਾ ਹੈ। ਪਰ ਕਿਵੇਂ? ਨਾਨਕ ਆਣੇ ਆਵੇ ਰਾਸ। ਆਣੇ ਰਾਸ ਦਾ ਮਤਲਬ ਜੇ ਰਾਸ ਲਿਆਵੇ, ਜੇ ਸੁਧਾਰ ਦੇਵੇ, ਜੇ ਪ੍ਰਭੂ ਜੀਵ ਤੇ ਰਹਿਮਤ ਕਰਕੇ ਇਹਦੇ ਜੀਵਨ ਨੂੰ ਸੁਧਾਰੇ, ਤਾਂ ਹੀ ਇਹਦਾ ਜੀਵਨ ਸੁਧਰਦਾ ਹੈ। ਜੇ ਰੱਬੀ ਰਹਿਮਤ ਹੋ ਜਾਏ ਤਾਂ ਇਹਦਾ ਜੀਵਨ ਸੁਧਰ ਜਾਂਦਾ ਹੈ, ਸੁਧਰ ਸਕਦਾ ਹੈ। ਤਾਂ ਇਹਦਾ ਮਤਲਬ ਜੇ ਕੋਈ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦਾ ਹੈ, ਜੇ ਉਸ ਦਾ ਜੀਵਨ ਵਿਗੜਿਆ ਹੈ, ਜੇ ਉਹ ਜੀਵਨ ਦੇ ਗਲਤ ਰਾਹਾਂ ਤੇ ਹੈ, ਤਾਂ ਉਹ ਰੱਬੀ ਰਜ਼ਾ ਨੂੰ ਜੇ ਫੋਲੋ ਕਰਦਾ ਹੈ ਤਾਂ ਉਸ ਦਾ ਜੀਵਨ ਸੁਧਰ ਸਕਦਾ ਹੈ। ਵਿਣ ਨਾਵੇਂ ਨਾਹੀ ਸ਼ਾਬਾਸ। ਇੱਥੇ ਨਾਵੇਂ ਦਾ ਮਤਲਬ ਹੈ ਹੁਕਮ, ਨਾਮ ਦਾ ਮਤਲਬ ਹੁਕਮ, ਸ਼ਾਬਾਸ ਦਾ ਮਤਲਬ ਆਦਰ ਔਰ ਇੱਜ਼ਤ। ਰੱਬੀ ਰਜ਼ਾ ਵਿੱਚ ਤੁਰਨ ਤੋਂ ਬਿਨਾ ਕਦੇ ਵੀ ਕਿਸੇ ਨੂੰ ਆਦਰ ਨਹੀਂ ਮਿਲਦਾ। ਵਿਣ ਨਾਵੇਂ, ਬਿਨਾ ਰੱਬੀ ਹੁਕਮ ਵਿੱਚ ਤੁਰਿਆ, ਬਿਨਾ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ, ਬਿਨਾ ਰੱਬੀ ਗੁਣਾਂ ਦੇ ਧਾਰਨ ਹੋਇਆਂ, ਕਦੇ ਵੀ ਕਿਸੇ ਨੂੰ ਸ਼ਾਬਾਸ਼ ਨਹੀਂ ਮਿਲਦੀ, ਕਦੇ ਵੀ ਕਿਸੇ ਨੂੰ ਆਦਰ ਨਹੀਂ ਮਿਲਦਾ। ਸ੍ਰੀ ਰਾਗ ਮਹਿਲਾ ਪਹਿਲਾ, ਘਰ ਪੰਜਵਾਂ। ਅਛਲ ਛਲਾਈ ਨਹਿ ਛਲੇ, ਨਹਿ ਘਾਉ ਕਟਾਰਾ ਕਰ ਸਕੈ। ਇੱਥੇ ਅਛਲ ਸ਼ਬਦ ਨੂੰ ਅਛਲ ਨਹੀਂ ਪੜਨਾ, ਪੋਲਾ ਜਿਹਾ ਪੜਨਾ ਹੈ ਅਛਲ, ਤੇ ਅਛਲ ਤੇ ਥੋੜਾ ਜਿਹਾ ਰੁਕ ਜਾਣਾ ਹੈ। ਅਛਲ ਛਲਾਈ ਨਹਿ ਛਲੇ, ਨਹਿ ਘਾਉ ਕਟਾਰਾ ਕਰ ਸਕੈ। ਅਛਲ ਦਾ ਮਤਲਬ ਜੋ ਛਲੀ ਨਾ ਜਾ ਸਕੇ, ਜਿਸ ਨੂੰ ਕੋਈ ਠੱਗ ਨਾ ਸਕੇ, ਯਾਨੀ ਜਿਹਨੂੰ ਵਸ ਵਿੱਚ ਨਾ ਕੀਤਾ ਜਾ ਸਕੇ। ਛਲਾਈ ਨਹਿ ਛਲੇ ਦਾ ਮਤਲਬ ਜੇ ਕੋਈ ਛਲਣ ਦਾ ਯਤਨ ਕਰੇ ਤਾਂ ਵੀ ਉਹ ਛਲੀ ਨਾ ਜਾ ਸਕੇ। ਘਾਉ ਦਾ ਮਤਲਬ ਜ਼ਖਮ। ਇਹ ਜੋ ਮਾਇਆ ਹੈ, ਜਿਸ ਨੂੰ ਕੋਈ ਛਲਣ ਦਾ ਯਤਨ ਕਰੇ ਤਾਂ ਉਹ ਛਲੀ ਨਹੀਂ ਜਾਂਦੀ, ਯਾਨੀ ਜੇ ਮਾਇਆ ਨੂੰ ਵਸ ਵਿੱਚ ਕਰਨ ਦਾ ਯਤਨ ਕਰੇ ਤਾਂ ਮਾਇਆ ਜਿਹੜੀ ਹੈ ਵਸ ਵਿੱਚ ਨਹੀਂ ਹੁੰਦੀ। ਨਹਿ ਘਾਉ ਕਟਾਰਾ ਕਰ ਸਕੇ, ਨਾ ਹੀ ਕੋਈ ਕਟਾਰ ਉਹਨੂੰ ਜ਼ਖਮ ਕਰ ਸਕਦੀ ਹੈ, ਨਾ ਹੀ ਇਹਨੂੰ ਕਟਾਰ ਰਾਹੀਂ, ਕਿਸੇ ਹਥਿਆਰ ਰਾਹੀਂ ਵੱਢਿਆ ਟੁੱਕਿਆ ਜਾ ਸਕਦਾ ਹੈ ਮਾਇਆ ਨੂੰ। ਤੇ ਇੱਥੇ ਮਾਇਆ ਦਾ ਮਤਲਬ ਜੋ ਹੋਰ ਲੋਕ ਅਰਥ ਕਰਦੇ ਨੇ, ਇੱਥੇ ਮਾਇਆ ਦਾ ਉਹ ਮੀਨਿੰਗ ਨਹੀਂ ਹੈ। ਇੱਥੇ ਮਾਇਆ ਦਾ ਮਤਲਬ ਹੈ ਇੱਕ ਸੋਚ, ਜੋ ਸਾਡੀ ਸੋਚ ਸਾਨੂੰ ਇੱਕ ਦੂਜੇ ਵਿੱਚ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ ਇੱਕ ਦੂਜੇ ਨਾਲ। ਜੋ ਸੋਚ ਇਨਸਾਨ ਦੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਇਸ ਸੋਚ ਨੂੰ ਕਦੇ ਕਿਸੇ ਨੇ ਵਸ ਵਿੱਚ ਨਹੀਂ ਕੀਤਾ। ਇਹ ਆਮ ਬੰਦੇ ਦੇ ਵਸ ਵਿੱਚ ਨਹੀਂ ਆਉਂਦੀ, ਔਰ ਇਸ ਸੋਚ ਨੂੰ ਕਿਸੇ ਹਥਿਆਰ ਦੇ ਨਾਲ ਵੀ ਨਹੀਂ ਵੱਢਿਆ ਜਾ ਸਕਦਾ, ਮਾਰਿਆ ਕੱਟਿਆ ਵੀ ਨਹੀਂ ਜਾ ਸਕਦਾ।
ਐਸੀ ਬਲਵਾਨ ਹੈ ਇਹ ਸੋਚ। ਇਸ ਸੋਚ ਨੇ ਸਾਰੇ ਸੰਸਾਰ ਤੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ। ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜਿਉ ਟਲ ਪਲੈ। ਟਲ ਪਲੈ ਦਾ ਮਤਲਬ ਡੋਲਦਾ ਹੈ, ਇਹਨੂੰ ਟਲ ਨਹੀਂ ਬੋਲਣਾ, ਟਲ ਪਲੈ। ਤਾਂ ਹੁਣ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਜਿਉ ਸਾਹਿਬ ਰਾਖੈ ਤਿਉ ਰਹੈ, ਜਿਵੇਂ ਮਾਲਕ ਦੀ ਰਜ਼ਾ ਹੈ, ਜੇ ਬੰਦਾ ਉਸੇ ਤਰ੍ਹਾਂ ਰਹੇ ਤਾਂ ਇਸ ਸੋਚ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ, ਰੱਬੀ ਰਜ਼ਾ ਵਿੱਚ ਤੁਰ ਕੇ। ਲੇਕਿਨ ਬੰਦਾ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ। ਇਸ ਲੋਭੀ ਕਾ ਜਿਉ ਟਲ ਪਲੈ, ਲੇਕਿਨ ਇਹ ਬੰਦਾ ਲੋਭੀ ਹੈ ਤੇ ਲੋਭ ਦੇ ਕਾਰਨ ਮਨੁੱਖ ਦਾ ਮਨ ਜਿਹੜਾ ਹੈ ਉਹ ਡੋਲ ਜਾਂਦਾ ਹੈ। ਮਨੁੱਖ ਦਾ ਮਨ, ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ, ਯਾਨੀ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਰੱਬੀ ਭਾਣੇ ਵਿੱਚ ਨਹੀਂ ਤੁਰਦਾ, ਰੱਬੀ ਸਿਫਤ ਸਲਾਹ ਨਹੀਂ ਕਰਦਾ, ਤੇ ਇਸ ਸੋਚ ਦੇ ਅੱਗੇ ਲੋਭੀ ਮਨੁੱਖ ਦਾ ਮਨ ਡੋਲ ਜਾਂਦਾ ਹੈ। ਬਿਨ ਤੇਲ ਦੀਵਾ ਕਿਉਂ ਜਲੈ ਰਹਾਓ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਤੇਲ ਤੋਂ ਬਿਨਾ ਦੀਵਾ ਕਿਵੇਂ ਜਗ ਸਕਦਾ ਹੈ? ਤੇਲ ਤੋਂ ਬਿਨਾ ਦੀਵਾ ਨਹੀਂ ਜਗ ਸਕਦਾ। ਹੁਣ ਜੇ ਕਿਸੇ ਕੋਲ ਦੀਵਾ ਵੀ ਹੋਵੇ, ਬੱਤੀ ਵੀ ਹੋਵੇ, ਮਾਚਿਸ ਵੀ ਹੋਵੇ, ਪਰ ਦੀਵੇ ਦੇ ਅੰਦਰ ਤੇਲ ਨਹੀਂ ਹੈ ਤਾਂ ਉਹ ਦੀਵਾ ਨਹੀਂ ਜਗੇਗਾ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾ ਰੂਪੀ ਤੇਲ ਤੋਂ ਬਿਨਾ ਆਤਮਿਕ ਜੀਵਨ ਦਾ ਦੀਵਾ ਨਹੀਂ ਜਗਦਾ। ਆਤਮਿਕ ਜੀਵਨ ਦਾ ਦੀਵਾ ਨਹੀਂ ਜਗਦਾ। ਆਤਮਿਕ ਜੀਵਨ ਦੀ ਸੂਝ ਨਹੀਂ ਹੁੰਦੀ ਰੱਬੀ ਗੁਣਾ ਦੇ ਤੇਲ ਤੋਂ ਬਿਨਾ। ਜਦੋਂ ਤੱਕ ਗੁਰੂ ਗਿਆਨ ਦਾ ਤੇਲ ਨਾ ਪਾਇਆ ਜਾਏ, ਜਦੋਂ ਤੱਕ ਰੱਬੀ ਗੁਣਾ ਦਾ ਤੇਲ ਨਾ ਪਾਇਆ ਜਾਏ, ਤਦ ਤੱਕ ਆਤਮਿਕ ਜੀਵਨ ਦਾ ਦੀਵਾ ਕਿਵੇਂ ਜਗ ਸਕਦਾ ਹੈ? ਮੋਹ ਦੀ ਹਨੇਰੀ ਦੇ ਝੋਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦਿੰਦੇ। ਗੁਣਾ ਤੋਂ ਬਿਨਾ, ਰੱਬੀ ਰਜ਼ਾ ਦੇ ਤੇਲ ਤੋਂ ਬਿਨਾ ਇਹ ਦੀਵਾ ਜਗ ਨਹੀਂ ਸਕਦਾ। ਆਤਮਿਕ ਪ੍ਰਫੁੱਲਤਾ ਆ ਨਹੀਂ ਸਕਦੀ। ਪੋਥੀ ਪੁਰਾਣ ਕਮਾਈ ਹੈ। ਪੋਥੀ ਪੁਰਾਣ ਦਾ ਮਤਲਬ ਧਾਰਮਿਕ ਜੋ ਗ੍ਰੰਥ ਨੇ, ਕਮਾਈਏ ਦਾ ਮਤਲਬ ਜੇਕਰ ਰੱਬੀ ਰਜ਼ਾ ਨੂੰ ਕਮਾਇਆ ਜਾਏ, ਜੇ ਰੱਬੀ ਰਜ਼ਾ ਨੂੰ ਕਮਾਇਆ ਜਾਏ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੀ ਜਾਏ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬੀ ਰਜ਼ਾ ਵਿੱਚ ਰਿਹਾ ਜਾਏ, ਰੱਬੀ ਗੁਣਾਂ ਨੂੰ ਧਾਰਨ ਕੀਤਾ ਜਾਏ, ਇਹੀ ਹੈ ਪੋਥੀ ਪੁਰਾਣ ਦਾ ਪਾਠ ਆਦਿਕ। ਯਾਨੀ ਜੇ ਬੰਦਾ ਨਿਰੇ ਧਾਰਮਿਕ ਗ੍ਰੰਥਾਂ ਦੇ ਪਾਠ ਕਰੀ ਜਾਏ ਔਰ ਉਹਦੇ ਤੇ ਅਮਲ ਨਾ ਕਰੇ ਤਾਂ ਫਿਰ ਬਾਤ ਨਹੀਂ ਬਣੇਗੀ ਨਾ। ਇਸ ਲਈ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਤੇ ਅਮਲ ਕਰਨਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਰੱਬ ਰੂਪ ਹੈ। ਗੁਰਬਾਣੀ ਬਣੀ ਹੈ, ਸਾਨੂੰ ਗੁਰਬਾਣੀ ਵਰਗੇ ਬਣਨੇ ਚਾਹੀਦਾ ਹੈ। ਗੁਰੂ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਰਜ਼ਾ ਦੀ ਕਮਾਈ ਕਰਨੀ, ਰੱਬੀ ਗੁਣਾਂ ਦੀ ਕਮਾਈ ਕਰਨੀ, ਯਾਨੀ ਚੰਗਾ ਜੀਵਨ ਜੀਣਾ ਹੀ ਪੋਥੀ ਪੁਰਾਣ ਆਦਿਕ ਹੈ। ਔਰ ਇਹੀ ਤੇਲ ਹੈ ਜੋ ਚੰਗੀ ਕਿਰਤ ਕਰਨੀ ਹੈ ਨਾ, ਚੰਗੀ ਕਮਾਈ ਕਰਨੀ ਹੈ, ਇਹੀ ਤੇਲ ਹੈ। ਭਉ ਵੱਟੀ ਇਤ ਤਨ ਪਾਈ ਹੈ। ਇਤ ਦਾ ਮਤਲਬ ਇਸ ਵਿੱਚ, ਤਨ ਦਾ ਮਤਲਬ ਤਨ ਵਿੱਚ, ਭਉ ਦਾ ਮਤਲਬ ਅਦਬ, ਡਰ। ਪ੍ਰਭੂ ਦਾ ਜੋ ਡਰ ਅਦਬ ਹੈ, ਇਹਦੀ ਬੱਤੀ ਬਣਾਉਣੀ ਚਾਹੀਦੀ ਹੈ। ਦੀਵੇ ਦੇ ਅੰਦਰ ਬੱਤੀ ਚਾਹੀਦੀ ਹੈ। ਤਾਂ ਜੀਵਨ ਦੇ ਅੰਦਰ ਜੋ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੈ, ਇਹ ਸਾਡੀ ਜ਼ਿੰਦਗੀ ਦਾ ਤੇਲ ਹੋਵੇ। ਗੁਰਬਾਣੀ ਦੇ ਉੱਤੇ ਅਮਲ ਕਰਨਾ ਇਹ ਤੇਲ ਹੋਵੇ। ਔਰ ਡਰ ਔਰ ਅਦਬ, ਰੱਬੀ ਹੁਕਮ ਵਿੱਚ ਰਹਿਣਾ, ਇਹ ਜੋ ਹੈ ਬੱਤੀ ਹੋਵੇ। ਸੱਚ ਬੂਝਣ ਆਣ ਜਲਾਈਏ। ਆਣ ਦਾ ਮਤਲਬ ਲਿਆ ਕੇ, ਸੱਚ ਬੂਝਣ ਦਾ ਮਤਲਬ ਸੱਚ ਨੂੰ ਸਮਝਣਾ, ਸੱਚ ਦਾ ਗਿਆਨ ਹਾਸਲ ਕਰਨਾ, ਅਸਲੀਅਤ ਨੂੰ ਜਾਣਨਾ। ਤਾਂ ਪ੍ਰਭੂ ਦੇ ਨਾਲ, ਸੱਚ ਦੇ ਨਾਲ ਜੋ ਡੂੰਘੀ ਸਾਂਝ ਹੈ ਨਾ, ਇਹ ਅੱਗ ਲਿਆ ਕੇ ਬਾਲੀਏ। ਜਿਵੇਂ ਕਿਸੇ ਦੇ ਘਰੋਂ ਮਾਚਿਸ ਮੰਗੀ ਦੀ ਏ ਜਾਂ ਦੁਕਾਨ ਤੋਂ ਮਾਚਿਸ ਲਿਆਈ ਦੀ ਏ, ਤੇ ਮਾਚਿਸ ਲਿਆ ਕੇ ਫਿਰ ਉਸ ਬੱਤੀ ਨੂੰ ਅਸੀਂ ਜਗਾ ਸਕਦੇ ਹਾਂ। ਦੀਵਾ ਵੀ ਆ ਗਿਆ, ਤੇਲ ਵੀ ਪੈ ਗਿਆ, ਬੱਤੀ ਵੀ ਲਾ ਲਈ,
ਪਰ ਹੁਣ ਸਾਡੇ ਕੋਲ ਅੱਗ ਨਹੀਂ ਹੈ, ਮਾਚਿਸ ਨਹੀਂ ਹੈ, ਲਾਈਟਰ ਨਹੀਂ ਹੈ, ਤਾਂ ਵੀ ਉਹ ਦੀਵਾ ਜਗੇਗਾ ਨਹੀਂ ਨਾ। ਇਸ ਲਈ ਸੱਚ ਦੇ ਨਾਲ ਸਾਂਝ ਪਾਣੀ, ਸੱਚ ਨੂੰ ਬੁੱਝਣਾ, ਸੱਚ ਦੇ ਨਾਲ ਡੂੰਘੀ ਸਾਂਝ ਪਾਣੀ, ਇਹ ਉਹਦੇ ਨਾਲ ਤੀਲੀ ਲਾਓ, ਇਹਦੀ ਅੱਗ ਬਣਾਓ, ਇਹਦੇ ਨਾਲ ਉਸ ਦੀਵੇ ਨੂੰ ਜਗਾਓ। ਇਹ ਤੇਲ ਦੀਵਾ ਇਉਂ ਜਲੇ। ਗੁਰੂ ਜੀ ਕਹਿੰਦੇ ਨੇ ਇਹ ਹੈ ਤੇਲ ਜੋ ਸਾਰੇ ਸ਼ਬਦ ਦੇ ਅੰਦਰ ਦੱਸਿਆ ਗਿਆ ਹੈ। ਇਸ ਤੇਲ ਦੇ ਨਾਲ ਇਹ ਦੀਵਾ ਇਸ ਤਰ੍ਹਾਂ ਜਲ ਪੈਂਦਾ ਹੈ। ਆਤਮਿਕ ਜੀਵਨ ਦੇ ਅੰਦਰ ਚਾਨਣਾ ਆ ਜਾਂਦਾ ਹੈ, ਮਨੁੱਖ ਦਾ ਆਤਮਿਕ ਜੀਵਨ ਟਹਿਕ ਪੈਂਦਾ ਹੈ। ਕਰ ਚਾਨਣ ਸਾਹਿਬ ਤਉ ਮਿਲੇ। ਤਾਂ ਜਦੋਂ ਅੰਦਰ ਗਿਆਨ ਦਾ ਚਾਨਣਾ ਹੁੰਦਾ ਹੈ, ਆਤਮਿਕ ਜੀਵਨ ਦਾ ਚਾਨਣਾ ਹੁੰਦਾ ਹੈ, ਸੂਝ ਆਉਂਦੀ ਹੈ, ਤਾਂ ਪ੍ਰਭੂ ਮਿਲ ਪੈਂਦਾ ਹੈ, ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਚਾਰ ਚੁਫੇਰੇ ਵਾਸਤੇ ਉਹ ਮਾਲਕ ਨੂੰ ਜਾਣ ਲੈਂਦਾ ਹੈ। ਯਾਨੀ ਇਹ ਜਿਹੜੇ ਸਾਰੇ ਗੁਣ ਦੱਸੇ ਨਾ ਇਸ ਪਾਵਨ ਸ਼ਬਦ ਦੇ ਅੰਦਰ, ਇਹਨਾਂ ਨੂੰ ਮੈਂ ਥੋੜਾ ਜਿਹਾ ਫਿਰ ਰਿਪੀਟ ਕਰ ਦਿਆਂ, ਜਿਸ ਕਰਕੇ ਸਾਨੂੰ ਇਸ ਚੀਜ਼ ਦੀ ਸਮਝ ਆ ਜਾਏ ਕਿ ਇਹ ਜਿਹੜੀ ਮਾਇਆ ਆਦਿਕ ਹੈ, ਇਹਦੇ ਤੋਂ ਬਚਣਾ ਔਖਾ ਹੈ। ਆਮ ਬੰਦਾ ਨਹੀਂ ਬਚ ਸਕਦਾ। ਤੇਲ ਤੋਂ ਬਿਨਾਂ ਜਿਵੇਂ ਇਹ ਦੀਵਾ ਨਹੀਂ ਜਗਦਾ, ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਗੁਰਬਾਣੀ ਦੇ ਉੱਤੇ ਅਮਲ ਕਰਨਾ। ਦੂਜਾ ਹੈ ਜੀਵਨ ਦੇ ਅੰਦਰ ਪ੍ਰਭੂ ਦਾ ਡਰ ਔਰ ਅਦਬ ਦਾ ਜਿਹੜਾ ਹੈ, ਇਹਦੇ ਵਿੱਚ ਬੱਤੀ ਪਾਣੀ, ਯਾਨੀ ਡਰ ਅਦਬ ਵਿੱਚ ਰਹਿਣਾ, ਸੱਚ ਦੇ ਨਾਲ ਸਾਂਝ ਪਾਣੀ। ਜਦੋਂ ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋਵਾਂਗੇ ਤਾਂ ਅੰਦਰ ਦੀਵਾ ਜਗੇਗਾ। ਦੀਵਾ ਜਗਣ ਦਾ ਮਤਲਬ ਆਤਮਿਕ ਜੀਵਨ ਟਹਿਕ ਪਏਗਾ। ਜਦੋਂ ਇਹਨਾਂ ਗੁਣਾਂ ਦਾ ਚਾਨਣ ਅੰਦਰ ਹੋਏਗਾ, ਇਹ ਗੁਣ ਪ੍ਰਗਟ ਹੋ ਜਾਣਗੇ, ਤਾਂ ਸਾਹਿਬ ਤਉ ਮਿਲੇ, ਤਾਂ ਸਾਹਿਬ ਮਿਲੇਗਾ, ਰੱਬ ਮਿਲੇਗਾ। ਯਾਨੀ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਣਾ ਹੀ ਰੱਬ ਦੀ ਪ੍ਰਾਪਤੀ ਹੈ। ਜਦੋਂ ਅਸੀਂ ਐਸੀ ਜ਼ਿੰਦਗੀ ਜੀਵਾਂਗੇ ਤਾਂ ਉਹ ਪ੍ਰਭੂ ਦਾ ਮਿਲਾਪ ਹੀ ਹੋਏਗਾ। ਰਹਾਓ ਇਕ ਤਨ ਲਾਗੇ ਬਾਣੀਆਂ। ਬਾਣੀਆਂ ਦਾ ਮਤਲਬ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼। ਇੱਥੇ ਬਾਣੀਆਂ ਦਾ ਮਤਲਬ ਦੁਕਾਨਦਾਰ ਨਹੀਂ ਹੈ। ਇਕ ਤਨ ਦਾ ਮਤਲਬ ਇਸ ਤਨ ਵਿੱਚ, ਲਾਗੇ ਦਾ ਮਤਲਬ ਜੇ ਅਸਰ ਕਰੇ, ਲਾਗੇ ਦਾ ਮਤਲਬ ਅਸਰ ਕਰੇ। ਜਿਸ ਮਨੁੱਖ ਨੂੰ ਇਹ ਸਰੀਰ ਵਿੱਚ ਗੁਰੂ ਦਾ ਉਪਦੇਸ਼ ਅਸਰ ਕਰੇ। ਇਕ ਤਨ ਲਾਗੇ ਬਾਣੀਆਂ ਦਾ ਮਤਲਬ ਬਾਣੀ ਅਸਰ ਕਰੇ, ਗੁਰੂ ਦਾ ਉਪਦੇਸ਼ ਅਸਰ ਕਰੇ। ਹੁਣ ਆਮ ਜੋ ਆਦਮੀ ਹੈ ਨਾ, ਉਹਦੀ ਸਮੱਸਿਆ ਇਹ ਹੈ ਕਿ ਉਹ ਬਾਣੀ ਪੜ੍ਹਦਾ ਔਰ ਸੁਣਦਾ ਤੇ ਜ਼ਰੂਰ ਹੈ, ਲੇਕਿਨ ਬਾਣੀ ਅਸਰ ਨਹੀਂ ਕਰ ਰਹੀ। ਅਸਰ ਨਹੀਂ ਕਰਨ ਦਾ ਮਤਲਬ ਕਿ ਅਸੀਂ ਬਾਣੀ ਦੀ ਗੱਲ ਨੂੰ ਮੰਨ ਨਹੀਂ ਰਹੇ। ਅਸਰ ਸਾਡੇ ਤੇ ਬਾਬਿਆਂ ਦਾ ਹੈ, ਜੋਤਸ਼ੀਆਂ ਦਾ ਹੈ, ਜਾਂ ਝੂਠ ਫਰੇਬ ਦਾ ਹੈ। ਬਾਣੀ ਦਾ ਅਸਰ ਨਹੀਂ, ਬਾਣੀ ਦੇ ਉੱਤੇ ਅਮਲ ਨਹੀਂ। ਤਾਂ ਜਿਹਦੇ ਉੱਤੇ ਗੁਰੂ ਦਾ ਉਪਦੇਸ਼ ਅਸਰ ਕਰੇ, ਮਤਲਬ ਜੋ ਗੁਰੂ ਦੇ ਉਪਦੇਸ਼ ਨੂੰ ਮੰਨੇ, ਸੁਖ ਹੋਵੇ ਸੇਵ ਕਮਾਣੀਆਂ। ਸੇਵ ਕਮਾਣੀਆਂ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਨਾ, ਪ੍ਰਭੂ ਦੀ ਸੇਵਾ ਕਰਨੀ, ਰੱਬੀ ਰਜ਼ਾ ਵਿੱਚ ਤੁਰਨਾ। ਸੁਖ ਹੋਵੇ ਦਾ ਮਤਲਬ ਫਿਰ ਆਤਮਿਕ ਆਨੰਦ ਮਿਲਦਾ ਹੈ। ਤਾਂ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਦੇ ਨਾਲ ਫਿਰ ਉਸ ਮਨੁੱਖ ਨੂੰ ਆਤਮਿਕ ਆਨੰਦ ਮਿਲਦਾ ਹੈ। ਕਿਹਨੂੰ? ਜਿਹਦੇ ਤੇ ਬਾਣੀ ਅਮਲ ਕਰ, ਜੋ ਬਾਣੀ ਤੇ ਅਮਲ ਕਰਦਾ, ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਫਿਰ ਉਹਦੀ ਜ਼ਿੰਦਗੀ ਦੇ ਅੰਦਰ ਆਤਮਿਕ ਸੁਖ ਪੈਦਾ ਹੁੰਦਾ ਹੈ। ਸਭ ਦੁਨੀਆਂ ਆਵਣ ਜਾਣੀਆਂ। ਆਵਣ ਜਾਣੀਆਂ ਦਾ ਮਤਲਬ ਆਉਣ ਜਾਣ ਵਾਲੀ, ਨਾਸ਼ਵੰਤ। ਉਹਨੂੰ ਫਿਰ ਇਹ ਸਾਰੀ ਦੁਨੀਆ ਨਾਸ਼ਵੰਤ ਲੱਗਦੀ ਹੈ। ਸਾਰੀ ਦੁਨੀਆ ਨਾਸ਼ਵੰਤ ਲੱਗਦੀ ਹੈ ਕਿ ਇਸ ਸੰਸਾਰ ਤੇ ਜੋ ਆਉਂਦਾ ਹੈ ਉਹ ਚਲਾ ਜਾਂਦਾ ਹੈ। ਔਰ ਦੂਜੀ ਗੱਲ, ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਸੱਚ ਤੋਂ ਬਿਨਾਂ, ਰੱਬੀ ਗੁਣਾਂ ਤੋਂ ਬਿਨਾਂ ਬੰਦਾ ਆਤਮਿਕ ਮੌਤ ਤੇ ਮਰ ਜਾਂਦਾ ਹੈ। ਫਿਰ ਉਹ ਬੰਦਾ ਇਸ ਨਾਸ਼ਵੰਤ ਸੰਸਾਰ ਦੇ ਮੋਹ ਵਿੱਚ ਖਚਤ ਨਹੀਂ ਹੁੰਦਾ, ਸਗੋਂ ਉਹ ਸੱਚ ਦੇ ਨਾਲ ਜੁੜ ਕੇ ਸੱਚੇ ਸੁੱਚੇ ਉੱਚੇ ਆਚਰਨ ਔਰ ਆਦਰਸ਼ ਵਾਲਾ ਜੀਵਨ ਜੀਂਦਾ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਵਿੱਚ ਦੁਨੀਆ ਸੇਵ ਕਮਾਈ ਹੈ। ਇਸ ਦੁਨੀਆ ਦੇ ਅੰਦਰ ਜ਼ਿੰਦਗੀ ਜੀਂਦਿਆਂ ਸੇਵਾ ਕਰਨੀ ਚਾਹੀਦੀ ਹੈ। ਸੇਵਾ ਦਾ ਮਤਲਬ ਸਾਹਿਬ ਦੀ ਚਾਕਰੀ ਕਰਨੀ ਚਾਹੀਦੀ ਹੈ, ਮਤਲਬ ਕਿ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਸੇਵਕ ਦਾ ਮਤਲਬ ਹੀ ਹੁੰਦਾ ਹੈ ਮਾਲਕ ਦੇ ਹੁਕਮ ਨੂੰ ਮੰਨਣਾ,
ਤਾਂ ਸੇਵਾ ਦਾ ਮਤਲਬ ਹੀ ਹੈ ਰੱਬੀ ਰਜ਼ਾ ਦੇ ਵਿੱਚ ਰਹਿਣਾ, ਰੱਬ ਦੀ ਖਲਕਤ ਦੇ ਨਾਲ ਪਿਆਰ ਕਰਨਾ, ਇੱਕ ਦੂਜੇ ਦਾ ਸਹਿਯੋਗ ਕਰਨਾ, ਔਰ ਉਹ ਸਹਿਯੋਗ ਵੀ ਬਿਨਾਂ ਲਾਲਚ ਤੋਂ, ਬਿਨਾਂ ਸਵਾਰਥ ਤੋਂ। ਜੇ ਦੁਨੀਆ ਦੇ ਅੰਦਰ ਜ਼ਿੰਦਗੀ ਜੀਂਦਿਆਂ ਰੱਬੀ ਰਜ਼ਾ ਵਿੱਚ ਰਿਹਾ ਜਾਏ, ਸੇਵਾ ਕਮਾਈ ਜਾਏ, ਤਾਂ ਦਰਗਾਹ ਬੈਸਣ ਪਾਈ ਹੈ, ਬੈਸਣ ਦਾ ਮਤਲਬ ਬੈਠਣ ਦੀ ਜਗ੍ਹਾ, ਤਾਂ ਰੱਬੀ ਦਰਗਾਹ ਦੇ ਅੰਦਰ ਬਹਿਣ ਦੀ ਜਗ੍ਹਾ ਮਿਲਦੀ ਹੈ, ਰੱਬੀ ਹਜ਼ੂਰੀ ਪ੍ਰਾਪਤ ਹੁੰਦੀ ਹੈ, ਪ੍ਰਭੂ ਦੇ ਅੰਦਰ ਸਮਾਈ ਮਿਲਦੀ ਹੈ। ਕਹੋ ਨਾਨਕ ਬਾਹਾਂ ਲੁੜਾਈਏ। ਬਾਹਾਂ ਲੁੜਾਈ ਦਾ ਮਤਲਬ ਬਾਹ ਹੁਲਾ ਰਹੀਏ, ਬਾਹ ਲੁੜਾ ਰਹੀਏ ਦਾ ਮਤਲਬ ਬੇਫਿਕਰ ਹੋ ਜਾਈਦਾ। ਕਹੋ ਨਾਨਕ ਬਾਹਾਂ ਲੁੜਾਈਏ, ਤਾਂ ਐਸੀ ਜ਼ਿੰਦਗੀ ਜੀਣ ਦੇ ਨਾਲ ਫਿਰ ਬੇਫਿਕਰ ਹੋ ਜਾਈਦਾ, ਫਿਰ ਕੋਈ ਚਿੰਤਾ ਨਹੀਂ ਰਹਿੰਦੀ, ਫਿਰ ਬੰਦਾ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ। ਸ੍ਰੀ ਰਾਗ ਮਹਿਲਾ ਤੀਜਾ ਘਰ ਪਹਿਲਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੋ ਰਿਹਾ ਹੈ, ਜਿਸ ਦਾ ਜਗਤ ਪ੍ਰਤੱਖ ਰੂਪ ਹੈ, ਜੋ ਲਗਾਤਾਰ ਕੰਟੀਨਿਊ ਇਸ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ। ਸਤ ਦਾ ਮਤਲਬ ਉਹ ਸदैव ਹੈ, ਅਬਿਨਾਸ਼ੀ ਹੈ। ਗੁਰ ਪ੍ਰਸਾਦ ਤੋਂ ਭਾਵ ਕਿ ਉਸ ਦੀ ਪ੍ਰਾਪਤੀ ਗੁਰੂ ਦੇ ਗਿਆਨ ਰਾਹੀਂ, ਗੁਰੂ ਦੀ ਰਹਿਮਤ ਰਾਹੀਂ ਹੁੰਦੀ ਹੈ। ਹੋਂ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿਤ ਪਾਏ। ਸੇਵੀ ਬਿੰਦੀ ਲਗਾ ਕੇ ਪੜਨਾ ਹੈ, ਸੇਵੀ ਮੈਂ ਸੇਵਾ, ਮੈਂ ਰਜ਼ਾ ਵਿੱਚ ਰਹਾ। ਇੱਕ ਮਨ ਦਾ ਮਤਲਬ ਇਕਾਗਰ ਹੋ ਕੇ, ਚਿਤ ਪਾਏ ਦਾ ਮਤਲਬ ਦਿਲੀ ਪਿਆਰ ਦੇ ਨਾਲ। ਮੈਂ ਇਕਾਗਰ ਮਨ ਹੋ ਕੇ, ਇਕਾਗਰ ਚਿਤ ਹੋ ਕੇ, ਦਿਲੀ ਪਿਆਰ ਦੇ ਨਾਲ ਆਪਣੇ ਸਤਿਗੁਰ ਦੀ ਸ਼ਰਨ ਲੈਂਦਾ ਹਾਂ, ਆਪਣੇ ਸਤਿਗੁਰ ਦੇ ਰਾਹ ਤੇ ਤੁਰਦਾ ਹਾਂ, ਆਪਣੇ ਗੁਰੂ ਦੇ ਹੁਕਮ ਵਿੱਚ ਤੁਰਦਾ ਹਾਂ, ਜਾਂ ਆਪਣੇ ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਉਂਦਾ ਹਾਂ। ਮੈਂ ਇਕਾਗਰ ਚਿਤ ਹੋ ਕੇ, ਮਨ ਚਿਤ ਦੇ ਨਾਲ, ਦਿਲੀ ਪਿਆਰ ਦੇ ਨਾਲ ਆਪਣੇ ਸਤਿਗੁਰ ਦੀ ਰਜ਼ਾ ਭਾਣੇ ਦੇ ਅੰਦਰ ਚੱਲਦਾ ਹਾਂ। ਸਤਿਗੁਰ, ਇੱਥੇ ਥੋੜਾ ਜਿਹਾ ਰੁਕਣਾ ਹੈ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇ ਬੁਝਾਏ। ਕਾਮਨਾ ਦਾ ਮਤਲਬ ਇੱਛਾ, ਮਨ ਕਾਮਨਾ ਦਾ ਮਤਲਬ ਮਨ ਦੀਆਂ ਕਾਮਨਾਵਾਂ, ਦੇ ਬੁਝਾਏ ਦਾ ਮਤਲਬ ਸਮਝਾ ਦਿੰਦਾ ਹੈ। ਤਾਂ ਸਤਿਗੁਰੂ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਤੀਰਥ ਹੈ। ਸਤਿਗੁਰ ਮਨ ਕਾਮਨਾ ਤੀਰਥ ਹੈ, ਗੁਰੂ ਤੀਰਥ ਹੈ। ਗੁਰੂ ਮਨ ਦੀਆਂ ਕਾਮਨਾਵਾਂ ਪੂਰਨ ਕਰਨ ਵਾਲਾ ਤੀਰਥ ਹੈ, ਜਿਸ ਨੂੰ ਦੇ ਬੁਝਾਏ। ਪਰ ਇਹ ਗੱਲ ਸਮਝ ਉਹਨੂੰ ਆਉਂਦੀ ਹੈ ਜਿਹਨੂੰ ਗੁਰੂ ਇਹ ਗੱਲ ਸਮਝਾ ਦੇਵੇ, ਜਿਹਨੂੰ ਗੁਰੂ ਆਪ ਸਮਝਾਏ। ਜੋ ਗੁਰੂ ਦੇ ਨਾਲ ਜੁੜੇ, ਗੁਰੂ ਦੀ ਸ਼ਰਨ ਵਿੱਚ ਜਾਏ, ਗੁਰੂ ਤੋਂ ਗਿਆਨ ਦੀ ਦਾਤ ਲੈ, ਗੁਰੂ ਉਸ ਨੂੰ ਗਿਆਨ ਦੀ ਦਾਤ ਦੇਵੇ, ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਗੁਰੂ ਇੱਕ ਐਸਾ ਤੀਰਥ ਹੈ ਜੋ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ। ਹੁਣ ਇਹ ਕਾਮਨਾਵਾਂ ਪੂਰੀਆਂ ਨੂੰ ਸਮਝ ਲੈਣਾ, ਕਿਉਂਕਿ ਕੁਝ ਸਾਡੀਆਂ ਲੋੜਾਂ ਨੇ ਔਰ ਕੁਝ ਸਾਡੀਆਂ ਕਾਮਨਾਵਾਂ ਨੇ। ਲੋੜਾਂ ਅਲੱਗ ਨੇ, ਕਾਮਨਾਵਾਂ ਅਲੱਗ ਨੇ। ਰੋਟੀ, ਕੱਪੜਾ, ਮਕਾਨ, ਇਹ ਸਾਡੀਆਂ ਕਾਮਨਾਵਾਂ ਨਹੀਂ ਹਨ, ਇਹ ਸਾਡੀਆਂ ਲੋੜਾਂ ਨੇ। ਕੱਪੜਾ ਸਾਡੀ ਜ਼ਰੂਰਤ ਹੈ, ਪਰ 1.5 ਕਰੋੜ ਰੁਪਏ ਦਾ ਸੂਟ ਪਾਣਾ ਇਹ ਸਾਡੀ ਕਾਮਨਾ ਹੈ। ਕਾਮਨਾ ਦਾ ਮਤਲਬ ਇੱਥੇ ਹੈ ਆਸਾ, ਤ੍ਰਿਸ਼ਨਾ, ਵਿਕਾਰ ਆਦਿਕ, ਤੇ ਪੂਰੀਆਂ ਦਾ ਮਤਲਬ ਖਤਮ ਕਰਨ ਵਾਲਾ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਦੀਆਂ ਆਸਾਵਾਂ, ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਨੇ। ਜਿਹਨੂੰ ਇਹ ਗੱਲ ਸਮਝ ਆ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਮਨ ਦੀਆਂ ਕਾਮਨਾਵਾਂ ਨੂੰ ਖਤਮ ਕਰਨ ਵਾਲਾ ਹੈ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ। ਮਨ ਚਿੰਦਿਆ ਦਾ ਮਤਲਬ ਮਨ ਇੱਛਤ, ਵਰ ਦਾ ਮਤਲਬ ਇੱਥੇ ਬਖਸ਼ਿਸ਼ ਹੈ, ਰਹਿਮਤ ਹੈ, ਦਾਤ ਹੈ। ਇੱਥੇ ਵਰ ਦਾ ਮਤਲਬ ਦਾਤ। ਨਾਮੇ ਦਾ ਮਤਲਬ ਨਾਮ ਹੀ, ਨਾਮ ਦੀ ਰਾਹੀਂ ਗੁਰੂ ਪਾਸੋਂ ਮਨ ਇੱਛਿਤ ਮੰਗ ਮਿਲ ਜਾਂਦੀ ਹੈ। ਵਰ ਦਾ ਮਤਲਬ ਇੱਥੇ ਹੈ ਮੰਗ, ਮਨ ਇੱਛਿਤ ਮੰਗ ਮਿਲ ਜਾਂਦੀ ਹੈ। ਮਨੁੱਖ ਜੋ ਇੱਛਾ ਧਾਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ।
ਮਨ ਇੱਛਿਤ ਮੰਗ ਮਿਲ ਜਾਂਦੀ ਹੈ। ਜੋ ਮਨੁੱਖ ਚਾਹੁੰਦਾ ਹੈ ਉਹ ਹਾਸਲ ਕਰ ਲੈਂਦਾ ਹੈ ਗੁਰੂ ਦੇ ਗਿਆਨ ਰਾਹੀਂ। ਹੁਣ ਗੁਰੂ ਦਾ ਸਿੱਖ ਕੀ ਚਾਹੁੰਦਾ ਹੈ, ਪ੍ਰਭੂ ਦਾ ਪਿਆਰਾ ਕੀ ਚਾਹੁੰਦਾ ਹੈ? ਉਹ ਇਹੀ ਚਾਹੇਗਾ ਕਿ ਮੈਂ ਸਚਿਆਰ ਹੋ ਕੇ ਜ਼ਿੰਦਗੀ ਜੀਣੀ, ਮੈਂ ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ ਹੈ, ਮੈਂ ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨੀ ਹੈ, ਆਤਮਿਕ ਆਨੰਦ ਵਾਲਾ ਜੀਵਨ ਜੀਣਾ ਹੈ। ਰੱਬ ਦੇ ਪਿਆਰਿਆਂ ਦੀ ਇਹੀ ਚਾਹਤ ਹੈ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ, ਮਿਲੇ ਕਿਰਪਾ ਗੁਣਗਾਮ। ਤਾਂ ਉਹ ਚੰਗਾ ਜੀਵਨ ਹਾਸਲ ਕਰ ਲੈਂਦਾ ਹੈ। ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਮੈਂ ਜੋ ਵੀ ਚਾਹੁੰਦਾ ਹਾਂ ਉਹ ਮੈਂ ਪਾ ਸਕਦਾ ਹਾਂ। ਉਹਦੇ ਅੰਦਰ ਇੰਨੀ ਵੱਡੀ ਪੋਜ਼ਿਟਿਵਿਟੀ ਆ ਜਾਂਦੀ ਹੈ, ਚੜ੍ਹਦੀ ਕਲਾ ਆ ਜਾਂਦੀ ਹੈ। ਉਹ ਮਨ ਇੱਛਿਤ ਫਲ ਹਾਸਲ ਗੁਰੂ ਪਾਸੋਂ ਕਰ ਲੈਂਦਾ ਹੈ। ਇਸ ਲਈ ਕੀ ਕਰਨਾ ਚਾਹੀਦਾ ਹੈ? ਨਾਉ ਧਿਆਈਐ, ਨਾਉ ਮੰਗੀਐ, ਨਾਮੇ ਸਹਿਜ ਸਮਾਏ। ਜਿਹਨੂੰ ਪਹਿਲੀ ਪੰਕਤੀ ਅੱਧੀ ਪੰਕਤੀ ਵਿੱਚ ਨਾਉ ਕਹਿ ਰਹੇ ਨੇ, ਉਹਨੂੰ ਹੀ ਅਗਲੀ ਅੱਧੀ ਪੰਕਤੀ ਵਿੱਚ ਨਾਮੇ ਕਹਿ ਰਹੇ ਨੇ। ਨਾਉ ਔਰ ਨਾਮ ਇੱਕ ਹੀ ਚੀਜ਼ ਹੈ, ਹੁਕਮ। ਨਾਉ ਧਿਆਈਐ, ਨਾਉ ਮੰਗੀਐ, ਨਾਮੇ ਸਹਿਜ ਸਮਾਏ। ਸਹਿਜ ਦਾ ਮਤਲਬ ਆਤਮਿਕ ਅਡੋਲਤਾ ਵਿੱਚ। ਨਾਉ ਧਿਆਈਐ, ਨਾਮ ਦਾ ਧਿਆਨ ਧਰਨਾ ਚਾਹੀਦਾ ਹੈ, ਨਾਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਨਾਮ ਦਾ ਮਤਲਬ ਹੁਕਮ, ਨਾਉ ਦਾ ਮਤਲਬ ਹੁਕਮ। ਰੱਬੀ ਹੁਕਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਨਾਉ ਮੰਗੀ ਹੈ ਔਰ ਰੱਬੀ ਹੁਕਮ ਅਨੁਸਾਰ ਜੀਵਨ ਮੰਗਣਾ ਚਾਹੀਦਾ ਹੈ। ਇਹ ਮੰਗ ਮੰਗਣੀ ਚਾਹੀਦੀ ਹੈ ਕਿ ਮੈਂ ਰੱਬੀ ਹੁਕਮ ਵਿੱਚ ਤੁਰਾਂ। ਕਿਉਂ? ਨਾਮੇ ਸਹਿਜ ਸਮਾਏ, ਰੱਬੀ ਹੁਕਮ ਵਿੱਚ ਜੁੜਿਆ ਬੰਦਾ ਆਤਮਿਕ ਅਡੋਲਤਾ ਵਿੱਚ ਸਮਾ ਜਾਂਦਾ ਹੈ। ਮਨ ਬਚਨ ਕਰਮ ਕਰਕੇ ਇੱਕ ਹੋ ਜਾਂਦਾ ਹੈ, ਸਹਿਜ ਅੰਦਰ ਸਮਾ ਜਾਂਦਾ ਹੈ ਰੱਬੀ ਹੁਕਮ ਰਾਹੀਂ। ਇਸ ਲਈ ਰੱਬੀ ਹੁਕਮ ਦੀ ਮੰਗ ਮੰਗਣੀ ਚਾਹੀਦੀ ਹੈ। ਰੱਬੀ ਹੁਕਮ ਦੇ ਅੰਦਰ ਆਪਣਾ ਧਿਆਨ ਲਾਣਾ ਚਾਹੀਦਾ ਹੈ। ਮਤਲਬ ਆਪਣੇ ਧਿਆਨ ਵਿੱਚ ਇਹ ਚੀਜ਼ ਰੱਖਣੀ ਚਾਹੀਦੀ ਹੈ ਹਰ ਵਕਤ ਕਿ ਮੈਂ ਰੱਬੀ ਰਜ਼ਾ ਪਾਣੇ ਵਿੱਚ ਤੁਰਨਾ ਹੈ। ਕਿਉਂ ਕਿ ਰੱਬੀ ਰਜ਼ਾ ਪਾਣੇ ਵਿੱਚ ਤੁਰਿਆ ਹੀ ਬੰਦਾ ਆਤਮਿਕ ਅਡੋਲਤਾ ਵਿੱਚ ਸਮਾਉਂਦਾ ਹੈ। ਮਨ ਮੇਰੇ ਹਰ ਰਸ ਚਾਖ ਤਿਖ ਜਾਏ। ਤਿਖ ਦਾ ਮਤਲਬ ਤ੍ਰਿਸ਼ਨਾ, ਤ੍ਰੇ, ਪਿਆਸ। ਜਾਏ ਦਾ ਮਤਲਬ ਦੂਰ ਹੋ ਜਾਂਦੀ ਹੈ। ਮਨ ਮੇਰੇ ਹਰ ਰਸ ਚਾਖ, हे ਮੇਰੇ ਮਨ ਪ੍ਰਭੂ ਦੇ ਗੁਣਾਂ ਦੇ ਰਸ ਨੂੰ ਚੱਖ, ਤੇਰੀ ਪਿਆਸ ਤੇਰੀ ਤ੍ਰਿਸ਼ਨਾ ਦੂਰ ਹੋ ਜਾਏਗੀ। ਹੁਣ ਦੇਖੋ, ਰੱਬੀ ਗੁਣਾਂ ਦੇ ਰਸ ਨੂੰ ਚੱਖਣਾ ਇਹ ਆਪਾਂ ਬਹੁਤ ਵਾਰੀ ਸਪਸ਼ਟ ਕਰ ਚੁੱਕੇ ਹਾਂ। ਰਸ ਨੂੰ ਚੱਖਣ ਦਾ ਮਤਲਬ ਹੈ ਕਿ ਜਦੋਂ ਅਸੀਂ ਰੱਬੀ ਗੁਣਾਂ ਨੂੰ ਅਮਲ ਵਿੱਚ ਲਿਆਵਾਂਗੇ, ਉਹਨਾਂ ਰੱਬੀ ਗੁਣਾਂ ਰਾਹੀਂ ਜੋ ਸੁਖ ਔਰ ਆਨੰਦ ਮਿਲੇਗਾ ਉਹ ਰੱਬੀ ਗੁਣਾਂ ਦਾ ਰਸ ਹੋਏਗਾ। ਤਾਂ हे ਮੇਰੇ ਮਨ, ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀ, ਤੇਰੇ ਜੀਵਨ ਅੰਦਰ ਆਤਮਿਕ ਰਸ ਪੈਦਾ ਹੋਏਗਾ। ਉਸ ਰਸ ਨੂੰ ਮਾਣ, ਤੇਰੇ ਅੰਦਰੋਂ ਵਿਕਾਰਾਂ ਦੀ ਜੋ ਤ੍ਰਿਸ਼ਨਾ ਹੈ, ਜੋ ਪਿਆਸ ਹੈ, ਉਹ ਮੁੱਕ ਜਾਏਗੀ। ਜਿਨਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ। ਗੁਰਮੁਖ ਦਾ ਮਤਲਬ ਗੁਰੂ ਦੀ ਰਾਹੀਂ। ਜਿਨ੍ਹਾਂ ਇਨਸਾਨਾਂ ਨੇ ਗੁਰੂ ਦੀ ਰਾਹੀਂ, ਗੁਰੂ ਦੀ ਸ਼ਰਨ ਪੈ ਕੇ ਹਰੀ ਦੇ ਗੁਣਾਂ ਦਾ ਰਸ ਚੱਖਿਆ ਹੈ, ਉਹ ਆਤਮਿਕ ਅਡੋਲਤਾ ਦੇ ਅੰਦਰ ਹਮੇਸ਼ਾ ਟਿਕੇ ਰਹਿੰਦੇ ਨੇ। ਉਹਨਾਂ ਦੇ ਜੀਵਨ ਦੀ ਇਹ ਨਿਸ਼ਾਨੀ ਹੈ, ਉਹਨਾਂ ਦੇ ਜੀਵਨ ਦੀ ਇਹ ਪਹਿਚਾਣ ਹੈ ਕਿ ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਮਤਲਬ ਮਨ, ਬਚਨ ਔਰ ਕਰਮ ਕਰਕੇ ਹਮੇਸ਼ਾ ਉਹ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ। ਰਹਾਓ, ਜਿਨਨੇ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ। ਨਾਮ ਨਿਧਾਨ ਦਾ ਮਤਲਬ ਰੱਬੀ ਗੁਣਾਂ ਦਾ ਖਜ਼ਾਨਾ। ਜਿਨ੍ਹਾਂ ਇਨਸਾਨਾਂ ਨੇ ਸਤਿਗੁਰ ਦੀ ਸ਼ਰਨ ਲਈ, ਸਤਿਗੁਰ ਸੇਵਿਆ ਦਾ ਮਤਲਬ ਸਤਿਗੁਰ ਦੀ ਸ਼ਰਨ ਲਈ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ, ਤਿਨੀ ਪਾਇਆ ਨਾਮ ਨਿਧਾਨ, ਉਹਨਾਂ ਨੇ ਰੱਬੀ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰ ਲਿਆ। ਉਹਨਾਂ ਦੇ ਅੰਦਰ ਗੁਣਾਂ ਦਾ ਭੰਡਾਰ ਜਮਾ ਹੋ ਗਿਆ। ਉਹਨਾਂ ਦੇ ਅੰਦਰ ਅਨੰਤ ਗੁਣ ਪੈਦਾ ਹੋ ਗਏ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਨੂੰ ਕਮਾਇਆ। ਅੰਤਰ ਹਰ ਰਸ ਰਵ ਰਹਿਆ, ਚੂਕਾ ਮਨ ਅਭਿਮਾਨ। ਅੰਤਰ ਦਾ ਮਤਲਬ ਉਹਨਾਂ ਇਨਸਾਨਾਂ ਦੇ ਅੰਦਰ, ਰਵ ਰਹਿਆ ਦਾ ਮਤਲਬ ਰਚ ਜਾਂਦਾ ਹੈ, ਮਨ ਦਾ ਮਤਲਬ ਮਨ ਵਿੱਚ।
ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦੇ ਗੁਣਾਂ ਦਾ ਰਸ ਰਚਿਆ ਰਹਿੰਦਾ ਹੈ ਔਰ ਉਹਨਾਂ ਦੇ ਮਨ ਵਿੱਚੋਂ ਅਹੰਕਾਰ ਦੂਰ ਹੋ ਜਾਂਦਾ ਹੈ। ਅੰਤਰ ਹਰ ਰਸ ਰਵ ਰਿਹਾ, ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਉਹਨਾਂ ਦੇ ਅੰਦਰ ਆਤਮਿਕ ਜੀਵਨ ਦਾ ਰਸ ਰਚਿਆ ਰਹਿੰਦਾ ਹੈ। ਉਹ ਆਤਮਿਕ ਜੀਵਨ ਦੇ ਰਸ ਨੂੰ ਮਾਣਦੇ ਨੇ ਔਰ ਉਹਨਾਂ ਦੇ ਜੀਵਨ ਦੀ ਨਿਸ਼ਾਨੀ ਇਹ ਹੈ ਕਿ ਉਹਨਾਂ ਚੋਂ ਅਭਿਮਾਨ ਚਲਾ ਜਾਂਦਾ ਹੈ, ਅਹੰਕਾਰ ਚਲਾ ਜਾਂਦਾ ਹੈ। ਉਹ ਇਹ ਨਹੀਂ ਕਹਿੰਦੇ ਕਿ ਰੱਬੀ ਰਜ਼ਾ ਤੋਂ ਬਾਹਰ ਵੀ ਮੈਂ ਕੁਝ ਕਰ ਸਕਦਾ। ਤੇ ਉਹਨਾਂ ਨੂੰ ਪ੍ਰਾਪਤੀ ਹੋਰ ਕੀ ਹੁੰਦੀ ਹੈ? ਹਿਰਦੈ ਕਮਲ ਪ੍ਰਗਾਸਿਆ, ਲਾਗਾ ਸਹਿਜ ਧਿਆਨ। ਹਿਰਦੈ ਕਮਲ ਦਾ ਮਤਲਬ ਹਿਰਦੇ ਦਾ ਕੌਲ ਫੁੱਲ। ਉਹਨਾਂ ਦੇ ਹਿਰਦੇ ਦਾ ਕਮਲ ਫੁੱਲ ਖਿੜ ਪੈਂਦਾ ਹੈ ਤੇ ਉਹਨਾਂ ਦਾ ਧਿਆਨ ਆਤਮਿਕ ਅਡੋਲਤਾ ਦੇ ਵਿੱਚ ਲੱਗ ਜਾਂਦਾ ਹੈ। ਹਿਰਦੇ ਕਮਲ ਦਾ ਫੁੱਲ ਦਾ ਖਿੜ ਜਾਣਾ ਦਾ ਮਤਲਬ ਅੰਦਰ ਉਹਨਾਂ ਦੇ ਵਿਗਾਸਤਾ ਹੈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਹੈ, ਪੋਜ਼ਿਟਿਵਿਟੀ ਹੈ, ਹਮੇਸ਼ਾ ਉਹ ਖੁਸ਼ ਨੇ, ਪ੍ਰਸੰਨ ਨੇ, ਆਨੰਦ ਚਿੱਤ ਨੇ ਔਰ ਉਹਨਾਂ ਦਾ ਧਿਆਨ ਆਤਮਿਕ ਅਡੋਲਤਾ ਦੇ ਅੰਦਰ ਲੱਗਾ ਰਹਿੰਦਾ ਹੈ। ਮਨ ਨਿਰਮਲ ਹਰ ਰਵ ਰਹਿਆ, ਪਾਇਆ ਦਰਗਾਹ ਮਾਨ। ਮਨ ਨਿਰਮਲ ਦਾ ਮਤਲਬ ਐਸੇ ਇਨਸਾਨਾਂ ਦਾ ਮਨ ਮੈਲ ਤੋਂ ਰਹਿਤ ਹੋ ਜਾਂਦਾ ਹੈ। ਹੁਣ ਦੇਖੋ, ਜਿਨ੍ਹਾਂ ਇਨਸਾਨਾਂ ਦੇ ਅੰਦਰ ਸੱਚਾਈ, ਨਿਰਭੈਤਾ, ਨਿਰਵੈਰਤਾ ਆਦਿਕ ਸ਼ੁਭ ਗੁਣ ਨੇ, ਉਹਨਾਂ ਦਾ ਮਨ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ, ਪਾਵਨ ਔਰ ਪਵਿੱਤਰ ਹੈ। ਹਰ ਰਵ ਰਹਿਆ ਦਾ ਮਤਲਬ ਕਿ ਉਹਨਾਂ ਨੂੰ ਰਮਿਆ ਹੋਇਆ ਪ੍ਰਭੂ ਚਾਰ ਚੁਫੇਰੇ ਨਜ਼ਰੀ ਪੈਂਦਾ ਹੈ। ਉਹਨਾਂ ਨੂੰ ਰਮਿਆ ਹੋਇਆ ਪ੍ਰਭੂ ਨਜ਼ਰੀ ਪੈਂਦਾ ਹੈ। ਪਾਇਆ ਦਰਗਾਹ ਮਾਨ, ਤੇ ਐਸੇ ਇਨਸਾਨ ਜਿਹੜੇ ਨੇ ਉਹ ਰੱਬੀ ਦਰਗਾਹ ਵਿੱਚ ਮਾਣ ਪਾਉਂਦੇ ਨੇ, ਰੱਬੀ ਹਜ਼ੂਰੀ ਅੰਦਰ ਮਾਣ ਪਾਉਂਦੇ ਨੇ। ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ, ਚਾਰ ਚੁਫੇਰੇ ਰਮੇ ਹੋਏ ਪ੍ਰਭੂ ਨੂੰ ਅਨੁਭਵ ਕਰਦੇ ਨੇ, ਵੇਖਦੇ ਨੇ ਔਰ ਰੱਬੀ ਦਰਗਾਹ ਵਿੱਚ ਮਾਣ ਪਾਉਂਦੇ ਨੇ। ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ। ਸੇਵਨ ਦਾ ਮਤਲਬ ਜੋ ਸੇਵਦੇ ਨੇ, ਯਾਨੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਯਾਨੀ ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਉਹ ਲਾਈਫ ਨੂੰ ਅਪਣਾ ਲਿਆ ਹੈ। ਜਗਤ ਵਿੱਚ ਉਹ ਬੰਦੇ ਵਿਰਲੇ ਨੇ, ਥੋੜੇ ਨੇ ਜੋ ਗੁਰੂ ਦੀ ਸ਼ਰਨ ਲੈਂਦੇ ਨੇ, ਜੋ ਆਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀਂਦੇ ਨੇ। ਉਹ ਵਿਰਲੇ ਨੇ, ਉਹ ਥੋੜੇ ਨੇ। ਗੱਲਾਂ ਵਾਲੇ ਬੜੇ ਨੇ, ਗੱਲਾਂ ਕਰਨ ਵਾਲੇ ਬਹੁਤ ਨੇ, ਵਿਖਾਵਾ ਕਰਨ ਵਾਲੇ ਬਹੁਤ ਮਿਲ ਜਾਣਗੇ, ਲੇਕਿਨ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਵਾਲੇ ਲੋਕ ਆਪ ਨੂੰ ਬਹੁਤ ਘੱਟ ਮਿਲਣਗੇ। ਹਉਮੈ ਮਮਤਾ ਮਾਰ ਕੇ ਹਰ ਰਾਖਿਆ ਉਰਤਾਰ। ਮਮਤਾ ਦਾ ਮਤਲਬ ਮੈਂ, ਮੇਰੀ, ਆਪਣਤਵ ਕਿਸੇ ਚੀਜ਼ ਦੇ ਨਾਲ ਪਾਣਾ, ਮੇਰਾਪਨ। ਹਿਰਦੇ ਦਾ ਉਰਤਾਰ ਦਾ ਮਤਲਬ ਹਿਰਦੇ ਵਿੱਚ ਟਿਕਾ ਕੇ। ਜਿਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਅੰਦਰ ਪ੍ਰਭੂ ਨੂੰ ਟਿਕਾਈ ਰੱਖਦੇ ਨੇ, ਜਿਨ੍ਹਾਂ ਦਾ ਸਹਿਜ ਵਿੱਚ ਧਿਆਨ ਲੱਗ ਗਿਆ ਹੈ, ਜੋ ਸਤਿਗੁਰੂ ਨੂੰ ਸੇਵਦੇ ਨੇ, ਗੁਰੂ ਦੱਸੇ ਰਾਹਾਂ ਤੇ ਤੁਰਦੇ ਨੇ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲਿਆ ਹੈ, ਆਪਣੇ ਅੰਦਰੋਂ ਮਮਤਾ ਨੂੰ, ਸਵਾਰਥ ਨੂੰ ਮਾਰ ਲਿਆ ਹੈ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਜਿਨ੍ਹਾਂ ਨੇ ਧਾਰਨ ਕਰ ਲਿਆ ਹੈ। ਗੁਰੂ ਜੀ ਕਹਿੰਦੇ ਨੇ, ਹਉ ਤਿਨ ਕੈ ਬਲਿਹਾਰਣੈ, ਜਿਨ੍ਹਾਂ ਨਾਮੇ ਲੱਗਾ ਪਿਆਰ। ਨਾਮੇ ਦਾ ਮਤਲਬ ਨਾਮ ਵਿੱਚ, ਰੱਬ ਦੇ ਹੁਕਮ ਵਿੱਚ। ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦਾ ਪਿਆਰ ਪ੍ਰਭੂ ਦੇ ਹੁਕਮ ਵਿੱਚ ਲੱਗਾ ਹੋਇਆ ਹੈ। ਉਹਨਾਂ ਬੰਦਿਆਂ ਤੋਂ ਕੁਰਬਾਨ ਵਾਰਨੇ ਸਦਕੇ ਹਾਂ, ਜਿਨ੍ਹਾਂ ਦਾ ਪ੍ਰੇਮ ਰੱਬ ਦੇ ਹੁਕਮ ਦੇ ਨਾਲ, ਰੱਬੀ ਰਜ਼ਾ ਦੇ ਨਾਲ ਬਣਿਆ ਹੋਇਆ ਹੈ। ਸੇ ਸੁਖੀਏ ਚਹੁ ਜੁਗੀ, ਨਾਮ ਅਖੁੱਟ ਅਪਾਰ। ਚਹੁ ਜੁਗੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ, ਜੁਗੀ। ਸੇ ਸੁਖੀਏ ਚਹੁ ਜੁਗੀ। ਚਹੁ ਜੁਗੀ ਦਾ ਮਤਲਬ ਚੌਹਾਂ ਜੁਗਾਂ ਵਿੱਚ, ਮਤਲਬ ਹਰ ਸਮੇਂ। ਚਹੁ ਜੁਗੀ ਦਾ ਮਤਲਬ ਹਰ ਸਮੇਂ, ਬੀਤ ਗਏ ਸਮੇਂ ਵਿੱਚ ਵੀ, ਹੁਣ ਵੀ, ਆਉਣ ਵਾਲੇ ਸਮੇਂ ਵਿੱਚ ਵੀ। ਅਖੁੱਟ ਦਾ ਮਤਲਬ ਜੋ ਕਦੇ ਮੁੱਕਣ ਵਾਲਾ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਉਹ ਬੰਦੇ ਸਦਾ ਸੁਖੀ ਰਹਿੰਦੇ ਨੇ, ਉਹ ਬੰਦੇ ਸਦਾ ਸੁਖੀ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਕਦੇ ਨਾ ਮੁੱਕਣ ਵਾਲਾ ਪ੍ਰਭੂ ਦੇ ਗੁਣਾ ਰੂਪ ਧਨ ਹੁੰਦਾ ਹੈ, ਜਿਨ੍ਹਾਂ ਦੇ ਕੋਲ ਰੱਬੀ ਗੁਣਾਂ ਦਾ ਖਜ਼ਾਨਾ ਹੁੰਦਾ ਹੈ, ਜੋ ਨਾ ਮੁੱਕਣ ਵਾਲਾ ਹੈ। ਉਹ ਹਮੇਸ਼ਾ
ਸੁਖੀ ਨੇ। ਤਾਂ ਇਹਦਾ ਮਤਲਬ ਜੇ ਕੋਈ ਇਨਸਾਨ ਸੁਖੀ ਔਰ ਸ਼ਾਂਤ ਰਹਿਣਾ ਚਾਹੁੰਦਾ ਹੈ ਤਾਂ ਉਹਨੂੰ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਅਗਲਾ ਬਚਨ ਗੁਰਦੇਵ ਕਰਦੇ ਨੇ, ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ। ਇਹ ਜੋ ਨਾਮ ਹੈ, ਰੱਬੀ ਗੁਣ ਨੇ, ਰੱਬੀ ਹੁਕਮ ਦੀ ਸੂਝ, ਰੱਬੀ ਗੁਣਾਂ ਦਾ ਜੋ ਖਜ਼ਾਨਾ ਹੈ, ਇਹ ਕਿਵੇਂ ਪਾਇਆ ਜਾਂਦਾ ਹੈ? ਗੁਰ ਮਿਲੇ ਦਾ ਮਤਲਬ ਜੇ ਗੁਰੂ ਮਿਲ ਪਏ, ਜੇ ਬੰਦਾ ਗੁਰੂ ਦੀ ਸ਼ਰਨ ਲੈ ਤਾਂ ਨਾਮ ਖਜ਼ਾਨਾ ਮਿਲਦਾ ਹੈ, ਗਿਆਨ ਮਿਲਦਾ ਹੈ, ਰੱਬੀ ਗੁਣ ਮਿਲਦੇ ਨੇ। ਤੇ ਉਹਦੇ ਨਾਲ ਕੀ ਹੁੰਦਾ? ਚੂਕੇ ਮੋਹ ਪਿਆਸ, ਉਹਨਾਂ ਦੇ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ ਔਰ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਸੈਲਫਿਸ਼ਨੈਸ ਵੀ ਖਤਮ ਹੋ ਜਾਂਦੀ ਹੈ, ਤ੍ਰਿਸ਼ਨਾ ਵੀ ਮੁੱਕ ਜਾਂਦੀ ਹੈ, ਹੁਕਮ ਦੀ ਸੂਝ ਪੈ ਜਾਂਦੀ ਹੈ। ਕਦੋਂ? ਗੁਰ ਮਿਲਿਆ, ਗੁਰੂ ਦੇ ਮਿਲਾਪ ਕਰਕੇ। ਹਰ ਸੇਤੀ ਮਨ ਰਵ ਰਿਹਾ, ਘਰ ਹੀ ਮਾਹੇ ਉਦਾਸ। ਰਵ ਰਿਹਾ ਦਾ ਮਤਲਬ ਇੱਕ ਮਿਕ ਹੋਇਆ ਰਹਿੰਦਾ ਹੈ। ਘਰ ਹੀ ਮਾਹੇ ਦਾ ਮਤਲਬ ਹਿਰਦੇ ਘਰ ਵਿੱਚ ਹੀ। ਉਦਾਸ ਦਾ ਮਤਲਬ ਉਪਰਾਮ, ਨਿਰਲੇਪ। ਤਾਂ ਗੁਰੂ ਦੇ ਮਿਲਣ ਕਰਕੇ ਮਨੁੱਖ ਦਾ ਮਨ ਹਮੇਸ਼ਾ ਪ੍ਰਭੂ ਦੀ ਯਾਦ ਦੇ ਨਾਲ ਇੱਕਮਿਕ ਹੋਇਆ ਰਹਿੰਦਾ ਹੈ। ਮਨੁੱਖ ਦੀ ਸੋਚ ਰੱਬੀ ਗੁਣਾਂ ਦੇ ਨਾਲ ਇੱਕਮਿਕ ਹੋਈ ਰਹਿੰਦੀ ਹੈ ਔਰ ਆਪਣੇ ਹਿਰਦੇ ਘਰ ਦੇ ਅੰਦਰ ਹੀ ਉਹ ਵਿਕਾਰਾਂ ਤੋਂ ਉਪਰਾਮ ਹੋਇਆ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ। ਸੰਸਾਰ ਵਿੱਚ ਵਿਚਰਦਾ ਹੋਇਆ ਉਹ ਬੰਦਾ ਵਿਕਾਰਾਂ ਤੋਂ ਬਿਲਕੁਲ ਨਿਰਲੇਪ ਹੋ ਜਾਂਦਾ ਹੈ। ਜਿਨ੍ਹਾਂ ਹਰ ਕਾ ਸਾਧ ਆਇਆ, ਹੋਂ ਤਿਨ ਬਲਿਹਾਰੇ ਜਾਸ। ਜਾਸ ਦਾ ਮਤਲਬ ਮੈਂ ਜਾਂਦਾ ਹਾਂ। ਗੁਰੂ ਜੀ ਬਚਨ ਕਰਦੇ ਹਨ ਕਿ ਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਸਦਕੇ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਰੱਬੀ ਗੁਣਾਂ ਦਾ ਰਸ ਆਇਆ ਹੈ, ਜਿਨ੍ਹਾਂ ਨੇ ਰੱਬੀ ਗੁਣਾਂ ਦਾ ਰਸ ਮਾਣਿਆ ਹੈ, ਜਿਨ੍ਹਾਂ ਨੇ ਗੁਣਾਂ ਨੂੰ ਇੰਪਲੀਮੈਂਟ ਕਰਕੇ ਉਹਦਾ ਰਸ ਚੱਖਿਆ ਹੈ। ਮੈਂ ਉਹਨਾਂ ਤੋਂ ਕੁਰਬਾਨ ਵਾਰਨੇ ਸਦਕੇ ਜਾਂਦਾ ਹਾਂ। ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾਸ। ਗੁਣਤਾਸ ਦਾ ਮਤਲਬ ਹੈ ਗੁਣਾਂ ਦਾ ਖਜ਼ਾਨਾ। ਨਦਰੀ ਦਾ ਮਤਲਬ ਰਹਿਮਤ ਰਾਹੀਂ। ਹੇ ਨਾਨਕ, ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸੱਚ ਰੂਪ ਰੱਬੀ ਗੁਣਾਂ ਦਾ ਖਜ਼ਾਨਾ ਮਿਲਦਾ ਹੈ। ਪ੍ਰਭੂ ਦਾ ਸਦਾ ਸਥਿਰ ਰਹਿਣ ਵਾਲਾ ਸਾਰੇ ਗੁਣਾਂ ਦਾ ਖਜ਼ਾਨਾ ਸਾਨੂੰ ਪ੍ਰਾਪਤ ਹੁੰਦਾ ਹੈ ਜਦੋਂ ਰੱਬੀ ਰਹਿਮਤ ਹੁੰਦੀ ਹੈ। ਤਾਂ ਹੇ ਨਾਨਕ, ਪ੍ਰਭੂ ਦੀ ਰਹਿਮਤ ਰਾਹੀਂ ਸਦਾ ਸਥਿਰ ਰਹਿਣ ਵਾਲਾ ਰੱਬੀ ਗੁਣਾਂ ਦਾ ਖਜ਼ਾਨਾ ਉਸ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਜੋ ਰੱਬੀ ਰਹਿਮਤ ਦਾ ਪਾਤਰ ਬਣਦਾ ਹੈ। ਤਾਂ ਅਸੀਂ ਵੀ ਪਾਵਨ ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਰੱਬੀ ਰਹਿਮਤ ਦੇ ਪਾਤਰ ਬਣ ਕੇ ਇਸ ਖਜ਼ਾਨੇ ਨੂੰ ਹਾਸਲ ਕਰਨ ਦਾ ਯਤਨ ਕਰੀਏ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਅਨਮਿਊਟ ਹੋ ਕੇ ਆਪਣੇ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।